ਤੁਸੀਂ ਨੋਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਸਿੱਖ ਧਰਮ 'ਚ ਗ੍ਰੰਥ ਨੇ, ਉਹ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਹੈ। ਜਿਹੜੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਜੀ ਕੋਲ ਕਥਾ ਸੁਣੀ ਸੀ, ਉਹ ਭਾਈ ਪੈੜੇ ਤੋਂ ਲਿਖਵਾਈ ਸੀ। ਉਹਨੂੰ ਕਹਿੰਦੇ ਭਾਈ ਬਾਲੇ ਵਾਲੀ ਜਨਮ ਸਾਖੀ। ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਸਭ ਤੋਂ ਪਹਿਲਾ ਲਿਟਰੇਚਰ ਜਿਹੜਾ ਉਹ ਸਾਡੇ ਕੋਲ ਹੈ। ਦੂਸਰੀ ਜਨਮ ਸਾਖੀ ਗੁਰੂ ਰਾਮਦਾਸ ਜੀ ਦੇ ਪੋਤਰੇ ਬਾਬਾ ਮਿਹਰਬਾਨ ਜੀ ਹੋਏ ਨੇ, ਬਾਬਾ ਪ੍ਰਿਥੀ ਚੰਦ ਦੇ ਪੁੱਤਰ, ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਲਿਖੀ ਹੈ, ਜਿਹਨੂੰ ਮਿਹਰਬਾਨ ਵਾਲੀ ਜਨਮ ਸਾਖੀ ਕਹਿੰਦੇ ਆ। ਤੀਸਰੀ ਜਨਮ ਸਾਖੀ ਪੁਰਾਤਨ ਜਨਮ ਸਾਖੀ ਹੈ, ਉਹ ਵੀ ਉਸੇ ਟਾਈਮ ਦੀ ਹੈ। ਉਹ ਬਹੁਤ ਛੋਟੀ ਭਾਈ ਵੀਰ ਸਿੰਘ ਜੀ ਨੇ ਛਪਵਾਈ ਹੋਈ ਹੈ ਖਾਲਸਾ ਸਮਾਚਾਰ ਵੱਲੋਂ। ਚੌਥੀ ਜਨਮ ਸਾਖੀ ਭਾਈ ਮਨੀ ਸਿੰਘ ਸ਼ਹੀਦ ਨੇ ਭਾਈ ਗੁਰਦਾਸ ਦੀ ਪਹਿਲੀ ਵਾਰ ਦੇ ਟੀਕੇ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਦੇ ਬਾਰੇ ਲਿਖੀ ਹੈ। ਇਹ ਚਾਰ ਜਨਮ ਸਾਖੀਆਂ ਜਿਹੜੀਆਂ ਨੇ ਗੁਰੂ ਕਾਲ ਦੇ ਸਮੇਂ 'ਚ ਲਿਖੀਆਂ ਗਈਆਂ ਗੁਰੂ ਸਾਹਿਬ ਜੀ ਦੇ ਇਤਿਹਾਸ ਬਾਰੇ। ਔਰ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ 52 ਕਵੀਆਂ ਦਾ ਲਿਖਿਆ ਲਿਟਰੇਚਰ ਸੀਗਾ, ਉਹ ਬਹੁਤ ਜ਼ਿਆਦਾ ਸੀ, ਪਰ ਉਹ ਸਰਸਾ ਨਦੀ ਦੀ ਭੇਟਾ ਹੋ ਗਿਆ। ਸਾਨੂੰ ਬਹੁਤ ਘੱਟ ਉਹਦੇ 'ਚੋਂ ਹਿੱਸੇ ਮਿਲੇ ਜਿਹੜੇ ਸਾਡੇ ਕੋਲ ਮੌਜੂਦ ਹਨ। ਕੁਝ ਸੰਤੋਖ ਸਿੰਘ ਜੀ ਕਵੀ ਜੀ ਨੇ ਗੁਰਪ੍ਰਤਾਪ ਵਿੱਚ ਵੀ ਕੋਟ ਕੀਤੇ ਹਨ, ਭਾਈ ਵੀਰ ਸਿੰਘ ਨੇ ਲਿਖੇ ਨੇ। ਤੋ ਪਹਿਲੇ ਲੈਕਚਰ 'ਚ ਮੈਂ ਉਹ ਸਾਰਾ ਵਿਸਥਾਰ ਨਾਲ ਦੱਸ ਦਿੱਤਾ। ਤੋ ਗੁਰੂ ਮਹਾਰਾਜ ਦੇ ਬਾਰੇ, ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਕੁਝ ਗ੍ਰੰਥ ਜਿਹੜੇ ਆ 18ਵੀਂ ਸਦੀ 'ਚ ਲਿਖੇ ਗਏ। ਜਿਹੜਾ ਕੋਇਰ ਸਿੰਘ ਕਲਾਲ ਨੇ ਲਿਖਿਆ ਮਹਾਰਾਜ ਦਸਮ ਪਾਤਸ਼ਾਹ ਦੇ ਬਾਰੇ ਪੂਰਾ ਗ੍ਰੰਥ, ਗੁਰੂ ਗੋਬਿੰਦ ਸਿੰਘ ਨੂੰ 43 ਸਾਲ ਬਾਅਦ ਲਿਖਿਆ। ਉਸ ਤੋਂ ਪਹਿਲਾਂ ਇੱਕ ਕਵੀ ਸੈਨਾਪਤੀ ਨੇ ਉਹ ਹਿੱਸਾ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਆਪਣੀ ਜੀਵਨੀ ਬਚਿੱਤਰ ਨਾਟਕ ਲਿਖਣਾ ਛੱਡ ਦਿੱਤਾ ਸੀਗਾ, ਅਗਲਾ ਹਿੱਸਾ ਸੀਗਾ 1696 ਤੋਂ ਬਾਅਦ ਦਾ, ਉਹ ਕਵੀ ਸੈਨਾਪਤੀ ਨੇ ਪੂਰਾ ਕੀਤਾ ਸੀਗਾ। ਉਹਦਾ ਨਾਮ ਹੈ ਗੁਰਸੋਭਾ। ਤੇ ਪੂਰਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਿਸੇ ਕਵੀ ਨੇ ਲਿਖਿਆ ਪਹਿਲੀ ਵਾਰ, ਉਹ ਕੋਇਰ ਸਿੰਘ ਕਲਾਲ ਨੇ ਲਿਖਿਆ, ਜਿਹੜਾ ਕਿ ਗੁਰੂ ਸਾਹਿਬ ਤੋਂ 43 ਸਾਲ ਬਾਅਦ 1751 'ਚ ਲਿਖਿਆ ਗਿਆ। ਇੱਕ ਸੇਵਾ ਰਾਮ ਉਦਾਸੀ ਨੇ ਪਰਚੀਆਂ ਲਿਖੀਆਂ ਦਸਵੇਂ ਪਾਤਸ਼ਾਹ ਬਾਰੇ। ਇੱਕ ਭਾਈ ਰਾਮ ਕੌਰ ਜੀ ਬ੍ਰਹਮ ਗਿਆਨੀ ਜਿਹੜੇ ਬਾਬਾ ਬੁੱਢਾ ਜੀ ਦੇ ਪਰਿਵਾਰ 'ਚੋਂ ਸੀ, ਰਮਦਾਸ ਪਿੰਡ ਦੇ, ਉਹਨਾਂ ਨੇ 100 ਸਾਖੀ ਜਿਹੜੀ ਹੈ ਉਹ ਸਾਡੇ ਕੋਲ ਮੌਜੂਦ ਹੈ। ਵੈਸੇ ਹੋਰ ਵੀ ਸੀ 400-500 ਸਾਖੀਆਂ ਜਿਹੜੀਆਂ ਨਹੀਂ ਮਿਲਦੀਆਂ, 400 ਸਾਖੀਆਂ 'ਚ ਅਲੋਪ ਹੋ ਗਈਆਂ, 100 ਸਾਖੀ ਸਾਡੇ ਕੋਲ ਹੈ। ਅਤੇ ਉਸ ਤੋਂ ਬਾਅਦ ਇੱਕ ਕੇਸਰ ਸਿੰਘ ਛਿੱਬਰ ਹੋਏ ਨੇ, ਜਿਹੜੇ ਦਸਵੇਂ ਪਾਤਸ਼ਾਹ ਮਹਾਰਾਜ ਦੇ ਭਾਈ ਮਤੀ ਦਾਸ ਜੀ ਹੋਏ ਨੇ ਗੁਰੂ ਨਾਨਕ ਤੇਗ ਬਹਾਦਰ ਸਾਹਿਬ ਦੇ ਨਾਲ, ਉਹਨਾਂ ਦੇ ਪੋਤਰੇ ਹੋਏ ਨੇ ਕੇਸਰ ਸਿੰਘ ਛਿੱਬਰ। ਉਹਨਾਂ ਨੇ ਬੰਸਾਵਲੀ ਨਾਮਾ 10 ਪਾਤਸ਼ਾਹੀਆਂ ਦਾ ਗ੍ਰੰਥ ਲਿਖਿਆ। ਅਤੇ ਉਸ ਤੋਂ ਬਾਅਦ ਇੱਕ ਮਹਿਮਾ ਪ੍ਰਕਾਸ਼ ਗ੍ਰੰਥ ਦਸਵੇਂ ਗੁਰੂ ਅਮਰਦਾਸ ਜੀ ਦੇ ਪਰਿਵਾਰ 'ਚ ਹੋਏ ਨੇ ਬਾਬਾ ਸਰੂਪ ਦਾਸ ਜੀ ਭੱਲਾ। ਉਹਨਾਂ ਨੇ 10 ਪਾਤਸ਼ਾਹੀਆਂ ਦੇ ਬਾਰੇ ਲਿਖਿਆ। ਜਿਵੇਂ ਬੰਸਾਵਲੀ ਨਾਮਾ ਕੇਸਰ ਸਿੰਘ, ਉਹ ਵੀ 10 ਪਾਤਸ਼ਾਹੀਆਂ ਬਾਰੇ ਹੈ, ਪਰ ਉਹ ਥੋੜ੍ਹਾ ਜਿਹਾ ਬਰੀਫ ਹੈ। ਜਿਹੜਾ ਇਹਨਾਂ ਦਾ ਉਹ ਥੋੜ੍ਹਾ ਜਿਹਾ ਮਹਿਮਾ ਪ੍ਰਕਾਸ਼ ਉਹ ਜ਼ਿਆਦਾ ਵਿਸਥਾਰ ਨਾਲ, ਉਹਦੀ ਕਵਿਤਾ ਵੀ ਵਧੀਆ। ਫਿਰ ਇੱਕ ਗ੍ਰੰਥ 10ਵੇਂ ਪਾਤਸ਼ਾਹ ਬਾਰੇ ਗੁਰਬਿਲਾਸ ਪਾਤਸ਼ਾਹ 10ਵੀਂ ਸੁੱਖਾ ਸਿੰਘ ਦਾ 1793 'ਚ ਲਿਖਿਆ ਗਿਆ। ਔਰ ਉਸ ਤੋਂ ਬਾਅਦ ਭਾਈ ਸੰਤੋਖ ਸਿੰਘ ਜੀ ਹੋਰੀ ਸੂਰਜ ਪ੍ਰਕਾਸ਼ ਨਾਨਕ ਪ੍ਰਕਾਸ਼ ਲਿਖਦੇ ਆ। 1823 'ਚ ਨਾਨਕ ਪ੍ਰਕਾਸ਼, 1843 'ਚ ਸੂਰਜ ਪ੍ਰਕਾਸ਼ ਪੂਰਾ ਹੋਇਆ। 1841 ਦੇ ਵਿੱਚ ਪੰਥ ਪ੍ਰਕਾਸ਼ ਰਤਨ ਸਿੰਘ ਜੀ ਭੰਗੂ ਨੇ, ਜੋ ਖਾਲਸੇ ਦਾ ਇਤਿਹਾਸ ਹੈ ਸਾਰਾ ਸਿੰਘਾਂ ਦਾ 18ਵੀਂ ਸਦੀ ਦਾ, ਵੀ ਸਿੰਘਾਂ ਨੂੰ ਰਾਜ ਕਿਵੇਂ ਮਿਲਿਆ, ਸਿੰਘਾਂ ਨੇ ਕਿਵੇਂ ਕੁਰਬਾਨੀਆਂ ਕੀਤੀਆਂ, ਉਹ ਹਿਸਟਰੀ ਜਿਹੜੀ ਹੈ ਸਿੱਖਾਂ ਦੀ ਮਹਾਰਾਜ ਦਸਮ ਪਾਤਸ਼ਾਹ ਤੋਂ ਬਾਅਦ ਦਾ ਇਤਿਹਾਸ ਹੈ, ਉਹ ਪੰਥ ਪ੍ਰਕਾਸ਼ 'ਚ ਸਾਨੂੰ ਮਿਲਦਾ। ਅਤੇ ਬਾਅਦ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਵੀ ਪੰਥ ਪ੍ਰਕਾਸ਼ ਅਤੇ ਤਵਾਰੀ ਗੁਰੂ ਖਾਲਸਾ ਗ੍ਰੰਥ ਲਿਖੇ ਨੇ। ਇਹ ਜਿਹੜਾ ਸਾਡਾ ਇਤਿਹਾਸ ਹੈ। ਇਸ ਤੋਂ ਇਲਾਵਾ ਹੋਰ ਵੀ ਕੁਛ ਗ੍ਰੰਥ ਨੇ ਜਿਹੜੇ 18ਵੀਂ ਸਦੀ 'ਚ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਲਿਖੇ ਗਏ ਨੇ। ਤਾਂ ਉਹ ਗ੍ਰੰਥਾਂ ਤੋਂ ਬਾਅਦ ਫਿਰ ਜਦੋਂ ਅੰਗਰੇਜ਼ ਆ ਜਾਂਦੇ ਆ, ਫਿਰ ਸਿੰਘ ਸਭਾ ਲਹਿਰ ਦੇ ਪ੍ਰਭਾਵ ਥੱਲੇ ਬਹੁਤ ਸਾਰੇ ਗ੍ਰੰਥ ਲਿਖੇ ਗਏ। ਭਾਈ ਵੀਰ ਸਿੰਘ ਜੀ ਦੇ ਲਿਖੇ ਗਏ, ਹੋਰ ਭਾਈ ਕਾਹਨ ਸਿੰਘ ਜੀ ਨਾਭਾ ਦਾ ਮਹਾਨ ਕੋਸ਼ ਬਣਿਆ। ਇਸੇ ਤਰ੍ਹਾਂ ਦੀਆਂ ਸਾਡੀ ਸਿੱਖ ਲਿਟਰੇਚਰ ਬਹੁਤ ਵਧਿਆ ਫੁੱਲਿਆ। ਪਰ ਜਿਹੜਾ ਪੁਰਾਣਾ ਹੈ ਸਾਡਾ, ਉਹ ਮੈਂ ਤੁਹਾਨੂੰ ਬਰੀਫ ਜਿਹਾ ਦੱਸਿਆ, ਕਿਉਂਕਿ ਜੇ ਤੁਸੀਂ ਜਾਣਨਾ ਚਾਹੋਗੇ, ਜਿਹੜਾ ਪੜ੍ਹਨਾ ਚਾਹੇਗਾ ਉਹਨੂੰ ਅਸੀਂ ਵੱਖਰੇ ਤੌਰ 'ਤੇ ਵੀ ਉਹਦੇ ਲਈ ਨੌਲੇਜ ਜਿਹੜੀ ਹੈ ਜਿੰਨੀ ਕੁ ਦੇ ਸਕਾਂਗੇ ਉਹ ਦਿਆਂਗੇ। ਹਾਂਜੀ, ਕੋਈ ਗੱਲ ਪੁੱਛਣੀ ਚਾਹੁੰਦੇ ਉਹਦੇ ਬਾਰੇ ਤੁਸੀਂ? ਸੋ ਗਿਆਨੀ ਦਾ ਪਰਪਸ ਇਹ ਸੀਗਾ ਜਿਹੜੀ ਆਪਣੀ ਹਿਸਟਰੀ ਹੈ ਨਾ, ਜਿਹੜੇ ਪਹਿਲਾਂ ਗ੍ਰੰਥ ਲਿਖੇ ਹੋਏ ਸੀਗੇ, ਵਰਕਸ਼ਾਪ ਜਿਹੜੀ ਸਹਾਇਕ ਗ੍ਰੰਥਾਂ 'ਤੇ ਜਿਹੜਾ ਟਾਪਿਕ ਆਪਾਂ ਰੱਖਿਆ ਸੀਗਾ, ਜਿਹੜੇ ਰੈਫਰੈਂਸ ਮਟੀਰੀਅਲ ਆ, ਉਹ ਰੈਫਰੈਂਸ ਮਟੀਰੀਅਲ when the British came to India,
ਦੀ ਈਸਟ ਇੰਡੀਆ ਕੰਪਨੀ, ਉਦੋਂ ਪਹਿਲਾਂ ਸਿੱਖਾਂ ਨੇ ਕਾਫੀ ਗ੍ਰੰਥ ਲਿਖੇ ਸੀਗੇ, ਉਹਨਾਂ ਦੇ ਵਿੱਚੋਂ ਗਿਆਨੀ ਜੀ ਨੇ ਤੁਹਾਨੂੰ ਵੇਰਵਾ ਦੇਤਾ, give you introduction to those grunts. So after the British came, there were other grunts that were written, other writings, reference writings. ਉਹ ਵੀ ਗਿਆਨੀ ਜੀ ਨੇ ਥੋੜਾ ਜ਼ਿਕਰ ਕੀਤਾ ਵਾ. But this is just for you guys to know that there are all these grunts up there, reference materials, ਜਿਹੜੇ ਤੁਸੀਂ ਪੜ੍ਹ ਵੀ ਸਕਦੇ ਹੋ, ਇੰਗਲਿਸ਼ ਟ੍ਰਾਂਸਲੇਸ਼ਨਸ ਵੀ ਮਿਲਦੀਆਂ ਕਈਆਂ ਦੀਆਂ, ਉਹ ਪੜ੍ਹ ਕੇ ਆਪਾਂ ਮਤਲਬ ਆਪਣੀ ਸਿੱਖੀ ਨੂੰ ਸਮਝ ਸਕਦੇ ਹਾਂ, ਆਪਣੇ ਇਤਿਹਾਸ ਨੂੰ ਸਮਝ ਸਕਦੇ ਹਾਂ. ਠੀਕ ਹੈ ਜੀ, I'll ask a question on your behalf, ਬਾਕੀ ਤੁਸੀਂ ਵੀ ਪੁੱਛ ਸਕਦੇ ਹੋ. ਪਰ ਜਿਹੜੇ ਆਪਣੇ ਯੂਥ ਨੇ, ਇਹਨਾਂ ਲਈ ਜਿਹੜੇ ਗ੍ਰੰਥਾਂ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਦੇ ਵਿੱਚ ਜਿਹੜੇ 2-3 ਟਾਪ ਦੇ ਗ੍ਰੰਥ ਨੇ ਜਿਹੜੇ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਵਿੱਚੋਂ ਆਪਾਂ ਨੂੰ ਮੂਲ ਮਿਲ ਸਕਦਾ ਵਾ ਬੱਚਿਆਂ ਨੂੰ, ਹੈ ਨਾ? ਦੇਖੋ, ਜਿਹੜੇ ਜ਼ਿਆਦਾਤਰ ਸਾਡੇ ਜ਼ਰੂਰੀ ਪੜ੍ਹਨ ਵਾਲੇ ਨੇ, ਇੱਕ ਤਾਂ ਪੰਥ ਪ੍ਰਕਾਸ਼ ਰਤਨ ਸਿੰਘ ਜੀ ਭੰਗੂ ਦਾ, ਉਹ ਤੁਹਾਨੂੰ ਸਾਰਿਆਂ ਨੂੰ ਪੜ੍ਹਨਾ ਚਾਹੀਦਾ, ਔਰ ਪੜ੍ਹਨਾ ਤੁਹਾਡੇ ਲਈ ਸੌਖਾ ਵੀ ਹੈ. ਜੇ ਉਹਨੂੰ ਕਾਵਿ ਰੂਪ 'ਚ ਵੀ ਪੜ੍ਹਨਾ ਚਾਹੋ, ਜੇ ਕੋਈ ਥੋੜ੍ਹਾ ਜਿਹਾ ਟੀਚਰ ਥੋੜ੍ਹੇ ਛੇਤੀ, ਉਹਦੀ ਕਵਿਤਾ ਇੰਨੀ ਔਖੀ ਨਹੀਂ ਗੀ ਜਿਹੜੀ ਕਿ ਸਾਨੂੰ ਹਰ ਇੱਕ ਨੂੰ ਸਮਝ ਆ ਜਾਂਦੀ. ਭਾਈ ਸੰਤੋਖ ਸਿੰਘ ਦਾ ਜਿਹੜਾ ਗ੍ਰੰਥ ਹੈ, ਉਹ ਥੋੜ੍ਹਾ ਜਿਹਾ ਮਿਹਨਤ ਜ਼ਿਆਦਾ ਮੰਗਦਾ, ਕਿਉਂਕਿ ਉਹਦੇ ਲਈ ਬ੍ਰਿਜ ਭਾਸ਼ਾ ਦਾ, ਕਾਵਿ ਦਾ ਜ਼ਿਆਦਾ ਗਿਆਨ ਹੋਣਾ ਚਾਹੀਦਾ, ਪਰ ਉਹ ਵੀ ਗ੍ਰੰਥ ਜਿਹੜਾ ਪੜ੍ਹਨਾ ਜ਼ਰੂਰੀ ਹੈ. ਉਸ ਤੋਂ ਬਿਨਾਂ ਸਾਨੂੰ ਗੁਰੂ ਦਸਾਂ ਗੁਰੂਆਂ ਦਾ ਪਤਾ ਨਹੀਂ ਲੱਗਦਾ ਇਤਿਹਾਸ, ਅਤੇ ਰਤਨ ਸਿੰਘ ਜੀ ਤੋਂ ਬਿਨਾਂ ਸਾਨੂੰ ਖਾਲਸੇ ਦਾ ਜਿਹੜਾ ਇਤਿਹਾਸ ਹੈ ਉਹ ਨਹੀਂ ਮਿਲਦਾ. ਭਾਈ ਰਤਨ ਸਿੰਘ ਦਾ ਜਿਹੜਾ ਗ੍ਰੰਥ ਹੈ, ਉਹਦਾ ਟੀਕਾ ਵੀ ਹੋ ਚੁੱਕਿਆ ਪੰਜਾਬੀ ਗੁਰਮੁਖੀ 'ਚ, ਬਾਬਾ ਸੰਤਾ ਸਿੰਘ ਜੀ ਨੇ 2 ਵਾਲੀਅਮ 'ਚ ਛਪਾਇਆ ਹੋਇਆ. ਉਹ ਤੁਹਾਨੂੰ ਇੱਥੇ ਮੇਰਾ ਖਿਆਲ ਸਰੀ ਤੋਂ ਤਾਂ ਮਿਲ ਜਾਂਦਾ, ਅਤੇ ਹੋਰ ਵੀ ਕਿਤੋਂ ਤੁਸੀਂ ਮੰਗਾ ਸਕਦੇ ਹੋ. 2 ਭਾਗਾਂ 'ਚ ਆਓ, ਅਤੇ ਉਹਨੂੰ ਪੰਜਾਬੀ 'ਚ ਪੜ੍ਹ ਸਕਦੇ ਹੋ. ਮੈਨੂੰ ਪਤਾ ਲੱਗਾ ਕਿਸੇ ਨੇ ਅੰਗਰੇਜ਼ੀ 'ਚ ਵੀ ਟਰਾਂਸਲੇਸ਼ਨ ਕੀਤੀ ਹੈ ਇਹਦੀ. ਹਾਂਜੀ, ਹਾਂਜੀ, ਪੰਥ ਪ੍ਰਕਾਸ਼ ਦੀਆਂ. ਹਾਂਜੀ, ਅੱਛਾ. ਅੱਖਰ ਡੋਖਰ ਕੀਤੀ ਕਿ ਵੱਧ ਘੱਟ ਕਰਤਾ? ਠੀਕ ਹੈ, ਅੱਛਾ ਅੱਛਾ, ਠੀਕ ਹੈ, ਠੀਕ ਹੈ. ਹਾਂ, ਉਹ ਗ੍ਰੰਥ ਹੈ, ਉਹਦੀ ਕਥਾ ਵੀ ਅਸੀਂ ਕੀਤੀ ਹੈ, ਉਹ ਨੈੱਟ 'ਤੇ ਭਾਈ ਸਾਹਿਬ ਕੋਲ ਹੈਗੀ ਹੈ, ਤੁਸੀਂ ਸੁਣ ਵੀ ਸਕਦੇ ਹੋ. ਅਤੇ ਇਹ ਗ੍ਰੰਥ ਤਾਂ ਜ਼ਰੂਰੀ ਨੇ. ਬਾਕੀ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਸਾਹਿਬ, ਸਰਬਲੋਕ ਗ੍ਰੰਥ ਸਾਹਿਬ, ਇਹ ਵੱਡੇ ਪੱਧਰ ਦੇ ਗ੍ਰੰਥ ਨੇ. ਜਦ ਤੁਸੀਂ ਪੌੜੀ ਪੌੜੀ ਸਟੈਪ ਬਾਈ ਸਟੈਪ ਚੱਲੋਗੇ, ਇਹਨਾਂ ਗ੍ਰੰਥਾਂ ਨੂੰ ਪਹਿਲਾਂ ਪੜ੍ਹੋਗੇ, ਫਿਰ ਤੁਸੀਂ ਉਹਨਾਂ ਗ੍ਰੰਥਾਂ ਨੂੰ ਵੀ ਸਮਝ ਸਕਦੇ ਹੋ. ਜੇ ਤੁਸੀਂ ਉੱਧਰੋਂ ਸ਼ੁਰੂ ਕਰਦੇ ਹੋ, ਅਸੀਂ ਕੀ ਕਰਦੇ ਹਾਂ, ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹਾਂ. ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਟੌਪ ਬਹੁਤ ਉੱਪਰ ਲੈਵਲ ਉਹਦਾ, ਉਸ ਤੋਂ ਪਹਿਲਾਂ ਇਹ ਗ੍ਰੰਥ ਨੇ ਸਾਰੇ. ਹੌਲੇ 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 ਜੇ ਪੜ੍ਹਦੇ ਜਾਓਗੇ, ਫਿਰ ਤੁਹਾਨੂੰ ਉਹਦੀ ਜ਼ਿਆਦਾ ਸਮਝ ਆਉਂਦੀ ਹੈ. ਹਾਂਜੀ, ਹਾਂਜੀ. ਹੋਰ ਕੋਈ ਕੁਐਸਚਨ ਤੁਹਾਡਾ ਹੈ ਇਸ ਲਿਟਰੇਚਰ ਬਾਰੇ ਕਰਨਾ ਚਾਹੁੰਦੇ ਹੋ? ਗਿਆਨੀ ਜੀ ਆਲਸੋ ਇਹ ਸੰਪਰਦਾਇ ਬਾਰੇ ਵੀ ਗੱਲ ਕਰਨੀ ਸੀ, ਨੇ ਸੰਪਰਦਾਵਾਂ ਬਾਰੇ the different institutions within the ਜਿਹੜੀਆਂ ਸਿੱਖ ਜਥੇਬੰਦੀਆਂ ਜਿਨ੍ਹਾਂ ਨੇ ਪ੍ਰਚਾਰ ਕੀਤਾ ਆਪਣਾ ਗੁਰੂ ਨਾਨਕ ਕਾਲ ਤੋਂ ਲੈ ਕੇ, ਜਿਹੜੀ ਸਭ ਤੋਂ ਪਹਿਲਾਂ ਸਾਡੀ ਸੰਪਰਦਾ ਹੈ ਉਦਾਸੀ ਸੰਪਰਦਾ. ਉਦਾਸੀ ਸੰਪਰਦਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਜਿਹੜੇ ਵੱਡੇ ਸਾਹਿਬਜ਼ਾਦੇ ਸੀਗੇ, ਉਹਨਾਂ ਤੋਂ ਚੱਲੀ. ਉਹਨਾਂ ਦੇ ਚੇਲੇ ਬਾਬਾ ਗੁਰਦਿੱਤਾ ਜੀ ਹੋਏ. ਬਾਬਾ ਗੁਰਦਿੱਤਾ ਜੀ ਦੇ 4 ਚੇਲੇ ਹੋਏ, ਬਾਬਾ ਬਾਲੂ ਹਸਨਾ ਜੀ, ਬਾਬਾ ਅਲਮਸਤ ਜੀ, ਬਾਬਾ ਗੋਂਦਾ ਸਾਹਿਬ ਜੀ, ਬਾਬਾ ਫੂਲ ਸਾਹਿਬ ਜੀ. ਉਹਨਾਂ ਦੇ 4 ਧੂਣੇ ਨੇ. ਜਿਵੇਂ 4 ਤਖਤ ਨੇ, ਇਵੇਂ 4 ਧੂਣੇ ਉਹਨਾਂ ਦੇ ਉਦਾਸੀਆਂ 'ਚ ਮੰਨੇ ਜਾਂਦੇ ਆ. ਉਹ ਕੇਂਦਰ ਜਿਵੇਂ ਬਾਬਾ ਅਲਮਸਤ ਜੀ ਦਾ ਸੀਗਾ ਨਾਨਕ ਮਤਾ ਸਾਹਿਬ, ਬਾਬਾ ਗੋਂਦਾ ਸਾਹਿਬ ਜੀ ਕਸ਼ਮੀਰ, ਇੱਦਾਂ ਇਹ ਵੱਖਰੇ ਵੱਖਰੇ ਟਿਕਾਣੇ ਦੇ, ਕੋਈ ਕਾਬਲ, ਕੋਈ ਕਿਤੇ, ਇਹ ਰਹਿੰਦੇ ਸੀਗੇ. ਤਾਂ ਉਹ 4 ਧੂਣੇ ਨੇ ਉਹਨਾਂ ਦੇ. 6 ਬਖਸ਼ਿਸ਼ਾਂ ਨੇ. 6 ਬਖਸ਼ਿਸ਼ਾਂ ਨੇ, ਜਿਵੇਂ ਕੋਈ ਇੱਕ ਬਖਸ਼ਿਸ਼ ਹੈ ਭਾਈ ਸੁਥਰਾ ਸ਼ਾਹ ਜੀ ਦੀ. ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਭਾਈ ਸੁਥਰਾ ਜੀ ਰਹੇ ਨੇ. ਉਹਨਾਂ ਦੀ ਸੰਪਰਦਾ ਸੁਥਰੇ ਸ਼ਾਹੀ ਹੈ. ਇੱਕ ਭਾਈ ਬਖਤ ਮੱਲੀਏ ਨੇ, ਇੱਕ ਜੀਤ ਮੱਲੀਏ ਨੇ, ਇੱਕ ਭਗਤ ਭਗਵਾਨੀਏ ਨੇ, ਗੰਗੂ ਸ਼ਾਹੀਏ ਨੇ. ਇਹ ਸਾਰੀ ਜਿਹੜੀਆਂ ਸਿੱਖ ਸੰਪਰਦਾਵਾਂ ਉਦਾਸੀ ਸੰਤ ਸੀਗੇ. ਉਹਨਾਂ ਦਾ ਪਹਿਲਾਂ ਲਿਬਾਸ ਹੁੰਦਾ ਸੀ, ਉਹ ਕਾਲਾ ਚੋਲਾ ਪਹਿਨਦੇ ਸੀ, ਸਿਰ 'ਤੇ ਟੋਪੀ ਪਹਿਨਦੇ ਸੀਗੇ, ਉਹਨਾਂ ਦੀ ਗਲ ਵਿੱਚ ਛੇਲੀ ਪਹਿਨਦੇ ਸੀ. ਪਿੰਡਾਂ ਵਿੱਚ ਜਾ ਕੇ ਉਹ ਧੂਣਾ ਲਾ ਕੇ ਬੈਠ ਜਾਂਦੇ ਸੀ. ਲੋਕ ਆਉਂਦੇ ਸੀ, ਉਹਨਾਂ ਨੂੰ ਜਪਜੀ ਸਾਹਿਬ ਦਾ ਪਾਠ ਉਹ ਕੰਠ ਕਰਾ ਦਿੰਦੇ ਸੀ, ਕਿਉਂਕਿ ਉਹਨਾਂ ਦਿਨਾਂ 'ਚ ਲਿਖਣ ਪੜ੍ਹਨ ਦਾ ਵੀ ਕੰਮ ਨਹੀਂ ਸੀ ਹੁੰਦਾ. ਅਨਪੜ੍ਹ ਲੋਕਾਂ ਨੂੰ ਇੱਕ ਪੌੜੀ, ਇੱਕ ਪੰਕਤੀ ਰੋਜ਼ ਯਾਦ ਕਰਾਉਂਦੇ ਸੀ. ਜਪਜੀ ਸਾਹਿਬ ਜਾਂ ਮੂਲ ਮੰਤਰ ਕੰਠ ਕਰਾ ਦਿੰਦੇ ਸੀ. ਗੁਰੂ ਸਾਹਿਬ ਦੇ ਇਤਿਹਾਸ ਬਾਰੇ ਦੱਸਦੇ ਸੀ. ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ. ਅਗਲੇ ਪਿੰਡ ਚਲੇ ਜਾਂਦੇ ਸੀ. ਉਹਨਾਂ ਉਦਾਸੀ ਸੰਤਾਂ ਨੇ ਰਸ਼ੀਆ ਤੱਕ ਪ੍ਰਚਾਰ ਕੀਤਾ. ਹੁਣ ਰਸ਼ੀਆ ਦੇ ਵਿੱਚ ਵੀ ਮੰਦਿਰ ਮਿਲਦੇ ਜਿਹਨਾਂ 'ਚ ਉਹਨਾਂ ਨੇ ਨਾਨਕ ਹੋਸੀ ਵਿਸਾਜ ਤੱਕ ਮੂਲ ਮੰਤਰ ਕੰਧਾਂ 'ਤੇ ਲਿਖਿਆ ਹੋਇਆ. ਕਾਠਮੰਡੂ, ਨੇਪਾਲ, ਬੰਗਲਾਦੇਸ਼,
ਇੰਡੀਆ ਦੇ ਸਾਰੇ ਸਟੇਟ, ਪਾਕਿਸਤਾਨ, ਅਫਗਾਨਿਸਤਾਨ, ਈਰਾਨ, ਬਲਖ ਬੁਖਾਰੇ ਤੱਕ ਉਦਾਸੀ ਸੰਤਾਂ ਦਾ ਪ੍ਰਚਾਰ ਦੇ ਚਿੰਨ੍ਹ ਹੁਣ ਵੀ ਮਿਲਦੇ ਆ। ਹੱਥ ਨਾਲ ਲਿਖੀਆਂ ਗੁਰੂ ਗ੍ਰੰਥ ਸਾਹਿਬ ਦੀਆਂ 80% ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਪੀੜਾਂ ਨੇ ਉਹ ਉਦਾਸੀ ਸੰਤਾਂ ਨੇ ਲਿਖੀਆਂ ਨੇ। ਤੇ ਉਹ ਪਹਿਲੀ ਸਭ ਤੋਂ ਵੱਡੀ ਸੰਪਰਦਾ ਜਿਹੜੀ ਸਿੱਖਾਂ ਦੀ ਉਹ ਉਦਾਸੀ ਸੰਪਰਦਾ। ਦੂਸਰੇ ਨੰਬਰ ਤੇ ਜਿਹੜਾ ਖਾਲਸਾ ਮਹਾਰਾਜ ਨੇ ਸਾਜਿਆ, ਉਹ ਜਿਹੜਾ ਪਹਿਲਾ ਉਹਦਾ ਰੂਪ ਸੀਗਾ ਉਹ ਨਿਹੰਗ ਸਿੰਘ ਸੀਗੇ। ਜਿਵੇਂ ਨੀਲਾ ਬਾਣਾ ਮਾਰਨ ਕਦ ਕੁੱਦੇ ਸਿੰਘ ਪੁਚੰਗੀਏ ਨੀਲੰਬਰ ਧਾਰਾ, ਉਹ ਨੀਲਾ ਬਾਣਾ ਜਿਹੜਾ ਸੀ ਉਹ ਸ਼ਸਤਰਾਂ ਨਾਲ ਸਜੇ ਰਹਿਣਾ, ਕੰਬ ਕਸਾ ਤਿਆਰ ਬਰ ਤਿਆਰ, ਉਹ ਇੱਕ ਫੌਜ ਸੀ ਮਹਾਰਾਜ ਦੀ। ਫੌਜ ਦਾ ਜਿਹੜਾ ਸਰੂਪ ਸੀ ਉਹ ਨਿਹੰਗ ਸਿੰਘਾਂ ਵਾਲਾ ਸੀਗਾ। ਨਿਹੰਗ ਦਾ ਮਤਲਬ ਹੁੰਦਾ ਮਗਰਮੱਛ, ਜਿਹੜਾ ਪਾਣੀ ਦੇ ਵਿੱਚ ਉਹ ਕਿਸੇ ਚੀਜ਼ ਨੂੰ ਨੇੜੇ ਨਹੀਂ ਲੱਗਣ ਦਿੰਦਾ, ਬੜਾ ਬਲੀ ਹੁੰਦਾ। ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਨਿਹੰਗ ਲਿਖਿਆ। ਉਹ ਕਹਿੰਦੇ ਬਹਿਰੇ ਬਹਾਰ ਤਹਾਰ ਦਮਿੰਦਾ ਨਿਹੰਗ, ਕਿ ਗੁਰੂ ਗੋਬਿੰਦ ਸਿੰਘ ਜੰਗ ਦੇ ਸਮੁੰਦਰ ਦਾ ਨਿਹੰਗ ਹੈ, ਮਗਰਮੱਛ ਹੈ। ਉਹ ਜਿਵੇਂ ਉਹ ਮਗਰਮੱਛ ਨਾਲ ਕੋਈ ਲੜਾਈ ਨਹੀਂ ਕਰ ਸਕਦਾ ਪਾਣੀ 'ਚ, ਇਵੇਂ ਗੁਰੂ ਗੋਬਿੰਦ ਸਿੰਘ ਦੇ ਨਾਲ ਕੋਈ ਟੱਕਰ ਨਹੀਂ ਲੈ ਸਕਦਾ। ਬਹਿਰੇ ਤਹਾਰ ਦਮਿੰਦਾ ਨਿਹੰਗ, ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਬਾਰੇ ਲਿਖਿਆ। ਤੋ ਨਿਹੰਗ ਦਾ ਮਤਲਬ ਯੋਧਾ, ਨਿਹੰਗ ਦਾ ਸੂਰਮਾ, ਬਹਾਦਰ। ਉਹ ਮਹਾਰਾਜ ਨੇ ਫੌਜ ਸਾਜੀ। ਉਹ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਚੱਲੀਆਂ, ਉਹਨਾਂ ਨੇ 18ਵੀਂ ਸਦੀ ਦੇ ਵਿੱਚ ਸ਼ੁਰੂ ਤੋਂ 10ਵੇਂ ਪਾਤਸ਼ਾਹ ਦੇ ਨਾਲ ਚਮਕੌਰ ਦਾ ਜੰਗ ਹੋਇਆ, ਮੁਕਤਸਰ ਦਾ ਜੰਗ ਹੋਇਆ, ਫਿਰ ਹਜੂਰ ਸਾਹਿਬ, ਉੱਥੋਂ ਬੰਦੇ ਬਹਾਦਰ ਦੇ ਨਾਲ 5 ਸਿੰਘ ਮਹਾਰਾਜ ਨੇ ਭੇਜੇ, ਬਾਬਾ ਵਿਨੋਦ ਸਿੰਘ ਜੀ, ਬਾਜ ਸਿੰਘ ਜੀ, ਰਣ ਸਿੰਘ ਜੀ। ਉੱਥੋਂ ਫਿਰ ਬੁੱਢਾ ਦਲ, ਤਰਨਾ ਦਲ, ਇਹ ਜਥੇਬੰਦੀਆਂ ਇਹਨਾਂ ਚੋਂ ਬਣੀਆਂ। 12 ਮਿਸਲਾਂ ਬਣੀਆਂ। ਮਿਸਲਾਂ ਨੇ ਅੱਗੇ ਫਿਰ ਤਲਵਾਰ ਦੇ ਜ਼ੋਰ ਨਾਲ ਰਾਜ ਕੀਤਾ। ਹੌਲੇ ਹੌਲੇ ਜਿਹੜੇ ਮਿਸਲਾਂ ਵਾਲੇ ਸਰਦਾਰ ਸੀ ਉਹਨਾਂ ਦੀ ਵਰਦੀ ਚੇਂਜ ਹੁੰਦੀ ਗਈ। ਉਹ ਰਾਜਿਆਂ ਵਾਲੇ ਕੱਪੜੇ, ਵਧੀਆ ਸੋਹਣੇ ਕੱਪੜੇ, ਕੁਰਾਲੀ ਦਸਤਾਰ, ਪਜਾਮਾ, ਇਹ ਫਿਰ ਉਦੋਂ ਸ਼ੁਰੂ ਹੋਇਆ ਮਿਸਲਾਂ ਦੇ ਟਾਈਮ। ਪਹਿਲਾਂ ਜਿਹੜਾ ਬਾਣਾ ਸੀਗਾ ਉਹ ਗੋਲ ਦਮਾਲੇ, ਵੱਡੇ ਵੱਡੇ ਚੱਕਰ, ਬਾਬਾ ਦੀਪ ਸਿੰਘ ਦਾ ਜਿਵੇਂ ਤੁਸੀਂ ਦੇਖਦੇ ਹੋ, ਇੱਦਾਂ ਦਾ ਉਹਨਾਂ ਦਾ ਰੂਪ ਹੁੰਦਾ ਸੀਗਾ। ਤੇ ਕਸ਼ਹਿਰਾ, ਤੇ ਉਹ ਜਿਹੜਾ ਕਸ਼ਹਿਰਾ ਸੀ ਉਹ ਜੰਗ ਦੀ ਵਰਦੀ ਸੀਗੀ। ਲੜਾਈ ਦੇ ਵੇਲੇ ਹੁਣ ਵੀ ਅੰਮ੍ਰਿਤ ਛਕਾਉਣ ਵੇਲੇ ਪਜਾਮਾ ਕਿਉਂ ਲਵਾਉਂਦੇ ਆ? ਕਿਉਂਕਿ ਉਹ ਜਿਹੜਾ ਜੰਗੀ ਖਾਲਸਾ ਜੰਗ ਦੇ ਲਈ ਤਿਆਰ ਕੀਤਾ, ਕਿਰਪਾਨ, ਸ਼ਸਤਰ, ਬਸਤਰ। ਤਾਂ ਉਹ ਜਿਹੜਾ ਨਿਹੰਗ ਸਿੰਘ ਵਾਲਾ ਰੂਪ ਸੀਗਾ, ਉਹ ਬਾਬਾ ਦੀਪ ਸਿੰਘ ਦੇ ਜਿਹੜੇ ਚੇਲੇ ਸੀਗੇ, ਬਾਬਾ ਨੈਣਾ ਸਿੰਘ ਜੀ, ਬਾਬਾ ਨੈਣਾ ਸਿੰਘ ਦੇ ਚੇਲੇ ਸੀ ਬਾਬਾ ਫੂਲਾ ਸਿੰਘ ਜੀ ਅਕਾਲੀ, ਇਹ ਫਿਰ ਬੁੱਢੇ ਦਲ ਦੇ ਜਥੇਦਾਰ ਬਣੇ। ਉਹ ਪਰੰਪਰਾ ਉਹਨਾਂ ਲੋਕਾਂ ਨੇ ਥੋੜਿਆਂ ਨੇ ਸਾਂਭੀ। ਤੇ ਜਿਹੜੇ ਆਮ ਰਾਜੇ ਮਹਾਰਾਜੇ ਸੀਗੇ ਉਹ ਥੋੜਾ ਥੋੜਾ ਸਾਈਡ ਤੇ ਹੁੰਦੇ ਹੁੰਦੇ, ਉਹ ਜਿਵੇਂ ਕਹਿੰਦੇ ਆ ਵੀ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਸੀ ਸ਼ੇਰ ਸਿੰਘ, ਉਹ ਮਿਸ਼ਨ ਕਾਲਜ ਇੰਗਲਿਸ਼ ਪੜ੍ਹ ਕੇ ਆਇਆ ਸੀਗਾ। ਤਾਂ ਉਹ ਜਦੋਂ ਲਾਹੌਰ ਆਇਆ ਤਾਂ ਉਹ ਦਾੜੀ ਬੰਨ੍ਹ ਕੇ ਤੇ ਟਾਈ ਸ਼ਾਈ ਲਾ ਕੇ ਤੇ ਇੱਕ ਦਿਨ ਉਹਨੇ ਪੈਂਟ ਪਾ ਲਈ ਤੇ ਨਿਹੰਗਾਂ ਸਿੰਘਾਂ ਨੇ ਉਹਦੇ ਫੜ ਕੇ ਕੱਪੜੇ ਪਾੜਤੇ। ਉਹ ਗਿਆ ਰੋਂਦਾ ਰੋਂਦਾ ਮਹਾਰਾਜੇ ਕੋਲ, ਕਹਿੰਦਾ ਮੈਨੂੰ ਨਿਹੰਗਾਂ ਸਿੰਘਾਂ ਨੇ ਮੇਰੇ ਕੱਪੜੇ ਪਾੜਤੇ। ਉਹ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਤੇਰੀ ਗਲਤੀ ਹੈ ਨਾ, ਤੂੰ ਵੀ ਸਿੰਘਾਂ ਦੇ ਦੇਸ਼ 'ਚ ਰਹਿ ਕੇ ਤੂੰ ਅੰਗਰੇਜ਼ਾਂ ਵਾਲਾ ਕੋ ਬਾਣਾ ਪਾਈ ਫਿਰਦਾ। ਵੀ ਸਿੰਘ ਠੀਕ ਕਹਿੰਦੇ, ਉਹ ਕਹਿੰਦੇ ਵੀ ਸਾਡਾ ਬਾਣਾ ਹੀ ਪਾਉਣਾ, ਦੂਜਾ ਨਹੀਂ ਪਾਉਣਾ। ਤੋ ਇਹ ਇੱਦਾਂ ਥੋੜਾ ਫਰਕ ਪੈਂਦਾ ਗਿਆ ਸਿੱਖ ਸਮਾਜ ਵਿੱਚ। ਤੋ ਜਿਹੜੇ ਨਿਹੰਗ ਸਿੰਘ ਸੰਪਰਦਾ ਸੀਗੀ ਉਹਦੇ ਵਿੱਚ ਬੁੱਢਾ ਦਲ, ਤਰਨਾ ਦਲ ਤੇ ਬੜੇ ਬੜੇ ਮਹਾਂਪੁਰਸ਼ ਹੋਏ। ਬਾਬਾ ਜੱਸਾ ਸਿੰਘ ਜੀ ਸਰਾਲੀ ਸਾਹਿਬ ਵਾਲੇ ਹੋਏ, ਇਸੇ ਤਰ੍ਹਾਂ ਬਾਬਾ ਫੂਲਾ ਸਿੰਘ ਜੀ ਹੋਏ, ਬਾਬਾ ਨੈਣਾ ਸਿੰਘ ਜੀ ਹੋਏ। ਉਹ ਇੱਕ ਪਰੰਪਰਾ, ਉਹ ਜਥੇਬੰਦੀਆਂ ਨੇ ਜਿਹਨੂੰ ਨਿਹੰਗ ਸਿੰਘ ਸੰਪਰਦਾ ਕਹਿੰਦੇ ਆ। ਉਹਨਾਂ ਦੀ ਮਰਜ਼ਾਦਾ ਇਹ ਹੈ ਵੀ ਉਹ ਜਦੋਂ ਜਥੇਦਾਰੀ ਦਿੰਦੇ ਆ ਉਹ ਸ਼ਸਤਰਾਂ ਨਾਲ ਸਿੰਘ ਨੂੰ ਸਜਾਉਂਦੇ ਆ। ਜਿਹੜੇ ਉਦਾਸੀ ਨੇ ਉਹ ਸੇਲੀ ਟੋਪੀ ਦਿੰਦੇ ਆ, ਆਪਣੇ ਮੱਤ ਥਾਪਦੇ ਆ। ਉਦਾਸੀਆਂ ਵਿੱਚ ਇੱਕ ਬਖਤ ਮਲੀਏ ਨੇ, ਕਹਿੰਦੇ 10ਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਮਸੰਦਾਂ ਨੂੰ ਸੋਧਣ ਲੱਗੇ ਤਾਂ ਬਖਤ ਮਲ ਦੌੜ ਕੇ ਮਾਤਾ ਜੀਤੋ ਜੀ ਦੇ ਚਰਨਾਂ 'ਚ ਲੁੱਕ ਗਿਆ। ਜਾ ਕੇ ਮਾਤਾ ਗੁਜਰੀ ਜੀ ਦੇ ਪਰਿਵਾਰ, ਮਾਤਾ ਜੀ, ਉਹ ਜਦੋਂ ਮਾਤਾ ਜੀ ਕੋਲ ਗਿਆ ਤੇ ਬੀਬੀਆਂ ਵਾਲੇ ਕੱਪੜੇ ਪਾ ਕੇ ਗਿਆ, ਹੱਥ ਵਿੱਚ ਚੂੜਾ ਪਾ ਕੇ ਬੀਬੀਆਂ ਵਾਲੀ ਘੁੰਡ ਕੱਢ ਕੇ ਗਿਆ। ਤੇ ਮਾਤਾ ਜੀ ਨੂੰ ਕਹਿੰਦਾ ਮਾਤਾ ਜੀ ਮੈਨੂੰ ਬਚਾ ਲਓ, ਮਹਾਰਾਜ ਤਾਂ ਸਾਰਿਆਂ ਨੂੰ ਸਾੜਨ ਲੱਗੇ। ਤੇ ਮਾਤਾ ਜੀ ਨੇ ਸਿਫਾਰਿਸ਼ ਕੀਤੀ ਵੀ ਇਹਨੂੰ ਬਖਸ਼ ਦਿਓ। ਤੇ ਉਹ ਜਦੋਂ ਮਹਾਰਾਜ ਨੇ ਉਹਨੂੰ ਬਖਸ਼ਿਸ਼ ਕੀਤੀ, ਕਹਿੰਦੇ ਬੜੇ ਖੁਸ਼ ਹੋਏ 10ਵੇਂ ਪਾਤਸ਼ਾਹ। ਤੇ ਕਹਿੰਦੇ ਫਿਰ ਇਹ ਬਾਣਾ ਤੁਹਾਡੇ 'ਚ ਰਹੇਗਾ। ਹੁਣ ਜਦੋਂ ਬਖਤ ਮੱਲੀਆਂ ਦਾ ਮੰਤ ਮਰਦਾ ਨਾ, ਅਗਲਾ ਮੰਤ ਚੇਂਜ ਹੁੰਦਾ, ਉਸ ਵੇਲੇ ਉਹਨੂੰ ਜਨਾਨੀਆਂ ਵਾਲੇ ਕੱਪੜੇ ਪਾਉਂਦੇ ਆ। ਉਹ ਬੀਬੀਆਂ ਵਾਲੇ ਕੱਪੜੇ ਪਾ ਕੇ, ਚੂੜਾ ਪਾ ਕੇ, ਉੱਦਾਂ ਹੀ ਚੁੰਨੀ ਲੈ ਕੇ ਉਹ ਉੱਦਾਂ ਉਹ ਗੱਦੀ ਤੇ ਬੈਠਦਾ ਉਹਨਾਂ ਇੱਕ ਟਾਈਮ ਵਾਸਤੇ। ਤੇ ਇਸੇ ਤਰ੍ਹਾਂ ਜਿਹੜੇ ਸੇਵਾ ਦੀ ਸੰਪਰਦਾ ਸਾਡੀ ਸੇਵਾ ਪੰਥੀ, ਭਾਈ ਕਨ੍ਹਈਆ ਸਾਹਿਬ ਜੀ ਬ੍ਰਹਮ ਗਿਆਨੀ ਹੋਏ, ਭਾਈ ਸਹਿਜ ਰਾਮ ਜੀ, ਭਾਈ ਅੱਡਣ ਸ਼ਾਹ ਜੀ, ਭਾਈ ਜਗਤਾ ਜੀ, ਭਾਈ ਆਸਾ ਰਾਮ ਜੀ, ਬੜੇ ਬੜੇ ਮਹਾਂਪੁਰਸ਼ੋ ਸੰਪਰਦਾ 'ਚ ਹੋਏ। ਉਹਨਾਂ ਦੇ ਸੇਵਾ ਦਾ ਹੀ ਪੱਖ ਸੀਗਾ। ਭਾਈ ਕਨ੍ਹਈਏ ਨੇ ਬਿਨਾਂ ਪੱਖ ਦੇ ਦੁਸ਼ਮਣ ਨੂੰ ਤੇ ਸਿੰਘਾਂ ਨੂੰ ਇੱਕੋ ਦ੍ਰਿਸ਼ਟੀ ਨਾਲ ਦੇਖਿਆ, ਜਲ ਛਕਾਇਆ।
ਉਹ ਸੇਵਾ ਪੰਥੀਆਂ ਦੀ ਸੰਪਰਦਾ ਚੱਲੀ। ਉਹਨਾਂ 'ਚ ਇਹ ਆ ਵੀ ਜਦੋਂ ਜਥੇਦਾਰੀ ਦਿੰਦੇ ਇੱਕ ਝਾੜੂ ਦਿੰਦੇ ਆ, ਇੱਕ ਕਟੋਰਾ ਬਾਟਾ ਦਿੰਦੇ ਆ ਵੀ ਸੇਵਾ ਕਰਨ ਨੂੰ, ਵੀ ਤੂੰ ਸੇਵਾ ਕਰਨੀ ਹੈ, ਜਲ ਛਕਾਣਾ, ਜਲ ਛਕਾਉਣ ਵਾਸਤੇ ਬਾਟਾ ਦਿੰਦੇ ਆ ਤੇ ਝਾੜੂ ਫੇਰਨਾ। ਤੇ ਉਹ ਸੇਵਾ ਪੰਥੀ ਸੰਪਰਦਾ ਗੁਰੂ ਕਾਲ ਦੀ ਚਲੀ ਜਾ ਰਹੀ। ਫਿਰ ਇੱਕ ਸੰਪਰਦਾ ਆਪਣੀ ਨਿਰਮਲ ਸੰਪਰਦਾ। ਜਦੋਂ 10ਵੇਂ ਪਾਤਸ਼ਾਹ ਨੇ ਦੇਖਿਆ ਵੀ ਸਿੰਘਾਂ ਨੂੰ ਵਿੱਦਿਆ ਦੀ ਬਹੁਤ ਲੋੜ ਹੈ, ਪਰ ਬਨਾਰਸ ਵਿੱਚ ਜਿਹੜੇ ਪੰਡਿਤ ਨੇ ਉਹ ਵਿੱਦਿਆ ਪੜ੍ਹਾਉਂਦੇ ਨਹੀਂ, ਤਾਂ ਮਹਾਰਾਜ ਨੇ 5 ਸਿੰਘ ਭੇਜੇ, ਸੈਣਾ ਸਿੰਘ, ਸੋਭਾ ਸਿੰਘ, ਇੱਦਾਂ ਰਾਮ ਸਿੰਘ। ਉਹ ਉੱਥੇ ਗਏ, ਉੱਥੇ ਜਾ ਕੇ ਉਹਨਾਂ ਸਿੰਘਾਂ ਨੇ ਵਿੱਦਿਆ ਪੜ੍ਹੀ। ਪੜ੍ਹਨ ਪਹਿਲਾਂ ਕਹਿੰਦੇ ਪੰਡਤਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਵੀ ਤੁਹਾਨੂੰ ਅਸੀਂ ਨਹੀਂ ਪੜ੍ਹਾ ਸਕਦੇ, ਸਾਡੀ ਸ਼ਰਤ ਇਹ ਹੈ ਵੀ ਜਾਂ ਤਾਂ ਬਾਹਮਣ ਦਾ ਪੁੱਤਰ ਹੋਵੇ ਉਹਨੂੰ ਪੜ੍ਹਾ ਸਕਦੇ ਆ, ਜਾਂ ਫਿਰ ਸੰਨਿਆਸ ਲੈ ਲਵੇ, ਘਰ-ਬਾਰ ਛੱਡ ਦੇਵੇ, ਫਿਰ ਪੜ੍ਹਾ ਸਕਦੇ ਆ। ਉਹ ਸਿੰਘ ਵਾਪਸ ਆਏ, ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਜੀ ਉਹ ਕਹਿੰਦੇ ਆ ਵੀ ਜਾਂ ਬਾਹਮਣ ਦਾ ਪੁੱਤਰ ਹੋਵੇ ਤੇ ਜਾਂ ਸੰਨਿਆਸੀ ਹੋਵੇ। ਮਹਾਰਾਜ ਕਹਿੰਦੇ ਵੀ ਬਾਹਮਣ ਦਾ ਪੁੱਤਰ ਬਣਨਾ ਤਾਂ ਜਿਹੜਾ ਉਹ ਹੁਣ ਕੁਦਰਤ ਵੱਲੋਂ ਜਿਹਦੇ ਘਰ ਰੱਬ ਨੇ ਭੇਜਤਾ ਉੱਥੇ ਹੀ ਹੋਣਾ, ਤੇ ਤੁਸੀਂ ਇੱਦਾਂ ਕਰੋ ਵੀ ਤੁਸੀਂ ਸੰਨਿਆਸ ਜਿਹੜਾ ਉਹ ਲੈ ਸਕਦੇ ਹੋ। ਉਹਨਾਂ ਨੇ ਫਿਰ ਜਿਹੜਾ ਸਾਰੀ ਉਮਰ ਗ੍ਰਸਤੀ ਨਹੀਂ ਬਣਾਂਗੇ, ਘਰ-ਬਾਰ ਨਹੀਂ ਜਾਵਾਂਗੇ, ਇਹ ਪਰਨ ਕਰਕੇ ਉਹਨਾਂ ਵਿਅੰਗਮੀ ਰਹਿ ਕੇ ਉੱਥੇ ਨਿਰਮਲ ਸਾਧੂਆਂ ਨੇ ਵਿੱਦਿਆ ਪੜ੍ਹੀ। ਉਹ ਜਿਹੜੀ ਨਿਰਮਲ ਸੰਪਰਦਾ ਚੱਲੀ, ਉਹਦੇ ਵਿੱਚ ਪੰਡਿਤ ਗੁਲਾਬ ਸਿੰਘ ਜੀ, ਪੰਡਿਤ ਤਾਰਾ ਸਿੰਘ ਜੀ, ਗਿਆਨੀ ਗਿਆਨ ਸਿੰਘ ਜੀ, ਭਾਈ ਸੰਤੋਖ ਸਿੰਘ ਜੀ ਵਰਗੇ ਮਹਾਂਪੁਰਸ਼ ਉਹ ਸੰਪਰਦਾ ਦੀ ਦੇਣ ਹੈ। ਬੜੇ ਬੜੇ ਵਧੀਆ ਟੀਕੇ, ਫਰੀਦਕੋਟ ਟੀਕਾ ਹੈ ਸਾਡੇ ਕੋਲ, ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਪਹਿਲਾ, ਜਪਜੀ ਸਾਹਿਬ ਦੇ ਟੀਕੇ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਕਮਾਲ ਦੇ ਜਿਹੜੇ ਟੀਕੇ ਹੈ ਉਹ ਸੰਪਰਦਾ ਨੇ ਪੈਦਾ ਕੀਤੇ। ਤੇ ਉਹਦੇ ਵਿੱਚੋਂ ਹੀ ਨਿਰਮਲ ਸੰਪਰਦਾ ਵਿੱਚੋਂ ਹੀ ਦਮਦਮੀ ਟਕਸਾਲ ਦੇ ਮਹਾਂਪੁਰਸ਼ ਆਉਂਦੇ ਆ, ਕਿਉਂਕਿ ਪਹਿਲਾਂ ਪੰਥ ਸਾਰਾ ਇਕੱਠਾ ਸੀਗਾ। ਗਿਆਨੀ ਗਿਆਨ ਸਿੰਘ ਉਹ ਤੋਂ ਪੰਥ ਤਾਂ ਪਹਿਲੇ ਇਕੱਠਾ, ਪਹਿਲਾਂ ਇਹ ਨਹੀਂ ਸੀ ਵੀ ਇਹ ਸੰਪਰਦਾ ਵੱਖਰੀ ਹੈ, ਇਹਦਾ ਡਰੈਸ ਵੱਖਰਾ, ਇਹਦਾ ਡਰੈਸ ਵੱਖਰਾ, ਇਹਦਾ ਵੱਖਰਾ। ਪਹਿਲਾਂ ਆਪਾਂ ਸਾਰੇ ਇਕੱਠੇ ਹੀ ਰਹਿੰਦੇ ਸੀ ਜੰਗਾਂ ਯੁੱਧਾਂ 'ਚ। ਜਿਹੜੀ ਡਿਊਟੀ ਲੱਗਦੀ ਸੀ ਕੋਈ ਰਲ ਮਿਲ ਕੇ ਇੱਕ ਦੂਜੀ ਦੇ। ਉਦਾਸੀ ਸੰਤ ਜਿਹੜੇ ਸੀ ਗੁਰਦੁਆਰਿਆਂ ਨੂੰ ਸੰਭਾਲਦੇ ਸੀ, ਨਿਰਮਲੇ ਵਿੱਦਿਆ ਪੜ੍ਹਾਉਂਦੇ ਸੀ, ਨਿਹੰਗ ਸਿੰਘ ਜੰਗ ਕਰਦੇ ਸੀ, ਸੇਵਾ ਪੰਥੀ ਸੇਵਾ ਕਰਦੇ ਸੀ, ਪਰ ਉਹਨਾਂ ਦੇ ਆਪਸੀ ਕੋਈ ਇਦਾਂ ਦੇ ਮਤਭੇਦ ਨਹੀਂ ਸੀ ਜਿੱਦਾਂ ਦੇ ਆ ਹੁਣ ਦੇਖਣ ਨੂੰ ਮਿਲਦੇ ਆ। ਹੁਣ ਆਪਾਂ ਦੇਖਦੇ ਹਾਂ ਵੀ ਇਹ ਜੀ ਫਲਾਣੀ ਸੰਪਰਦਾ ਦਾ, ਇਹਨੂੰ ਇਸ ਤੋਂ ਪਰੇ ਲਓ, ਇਹ ਫਲਾਣੀ ਸੰਪਰਦਾ ਦਾ, ਇਸ ਤੋਂ ਇਹ ਨਹੀਂ। ਉਦੋਂ ਇਹ ਸੀ ਵੀ ਸਾਰੇ ਗੁਰੂ ਨਾਨਕ ਦੇ ਆ, ਤੇ ਗੁਰੂ ਨਾਨਕ ਦੀ ਸੰਪਰਦਾ ਕਰਕੇ ਆਪਸ ਵਿੱਚ ਰਲ ਕੇ ਰਹਿੰਦੇ ਸੀ। ਸੋ ਦਮਦਮੀ ਟਕਸਾਲ, ਸੇਵਾ ਪੰਥੀ, ਨਿਹੰਗ ਸਿੰਘ, ਉਦਾਸੀ, ਨਿਰਮਲੇ। ਫਿਰ ਐਸੀਆਂ ਕੁਝ ਸੰਪਰਦਾਵਾਂ ਵੀ ਸੀ ਜਿਹੜੀਆਂ ਅਲੋਪ ਹੋ ਗਈਆਂ। ਇੱਕ ਸੰਪਰਦਾ ਦਾ ਜ਼ਿਕਰ ਆਉਂਦਾ, ਭਾਈ ਕਾਹਨ ਸਿੰਘ ਨੇ ਕੀਤਾ, ਭਗਤ ਪੰਥੀ। ਭਗਤ ਪੰਥੀ ਜਿਹੜੇ ਸੀ ਉਹ ਪਾਕਿਸਤਾਨ ਦੇ ਪਸ਼ਾਵਰ, ਬੰਨੂ, ਕੁਹਾਟ ਦੇ ਇਲਾਕੇ 'ਚ ਹੁੰਦੇ ਸੀ। ਉਹ ਕੀ ਕਰਦੇ ਸੀ, ਗੁਰੂ ਗ੍ਰੰਥ ਸਾਹਿਬ ਨੂੰ 8 ਵਾਰੀ ਮੱਥਾ ਟੇਕਦੇ ਸੀ। ਦਿਨ 'ਚ 8 ਵਾਰੀ ਉਹ ਪਾਠ ਕਰਦੇ। ਮੁਸਲਮਾਨ 5 ਵਾਰੀ ਨਮਾਜ਼ ਪੜ੍ਹਦੇ ਆ, ਉਹ 8 ਵਾਰੀ ਪੜ੍ਹਦੇ ਸੀ। ਜਪਜੀ ਸਾਹਿਬ ਪੜ੍ਹਦੇ ਸੀ, ਜਾਂ ਪੂਰਾ ਸੁਖਮਨੀ ਸਾਹਿਬ ਪੜ੍ਹਦੇ ਸੀ, ਜਾਂ ਕੀ, ਇਹ ਨਹੀਂ ਮੈਂ ਕਹਿ ਸਕਦਾ। 8 ਟਾਈਮ ਉਹ ਬਾਣੀ ਪੜ੍ਹਦੇ ਸੀ। ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਆਉਂਦੇ ਸੀ 8 ਵਾਰੀ ਉਹ ਮੱਥਾ ਟੇਕਦੇ ਸੀਗੇ। ਤੇ ਉਹਨਾਂ ਦੇ ਬਾਹਮਣਾਂ ਤੋਂ ਕੋਈ ਕੰਮ ਨਹੀਂ ਸੀ ਕਰਾਉਂਦੇ, ਉਹ ਸਲਾਦ ਨਹੀਂ ਸੀ ਕਰਦੇ। ਹੁਣ ਮੋਨੇ ਵੀ ਹੁੰਦੇ ਸੀ, ਕੇਸਾਧਾਰੀ ਵੀ ਹੁੰਦੇ ਸੀ, ਪਰ ਉਹ ਜਿਹੜੇ ਸੀ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ ਸੀਗੇ, ਕੋਈ ਸਲਾਦ ਨਹੀਂ ਸੀ ਕਰਦੇ। ਉਹ ਭਾਈ ਕਾਹਨ ਸਿੰਘ ਨਾਭਾ ਨੇ ਕੋਈ ਗੱਲਾਂ ਲਿਖੀਆਂ ਹੁੰਦੀਆਂ ਵੀ ਉਹ ਹਿੰਦੂਆਂ ਵਾਲੇ ਰੀਤੀ ਰਿਵਾਜ ਨਹੀਂ ਸੀ ਕਰਦੇ, ਪਰ ਜਦੋਂ ਮੁਰਦਾ ਚੜਾਈ ਕਰਦਾ ਸੀ ਉਹਨੂੰ ਦੱਬਦੇ ਸੀਗੇ। ਉਹਨਾਂ ਦੀ ਡੈੱਡ ਬਾਡੀ ਸੰਸਕਾਰ ਨਹੀਂ ਸੀ ਕਰਦੇ, ਉਹ ਮੁਰਦੇ ਨੂੰ ਦਫਨਾਉਂਦੇ ਸੀਗੇ। ਤੇ ਇਦਾਂ ਦੀ ਇਹ ਸੰਪਰਦਾਵਾਂ ਸੀਗੀਆਂ ਉਹ ਲੋਕ। ਇੱਕ ਬੰਦਈ ਖਾਲਸੇ ਵਿੱਚ ਸੰਪਰਦਾ ਸੀਗੀ, ਉਹ ਵੀ ਕੁਛ ਰਹਿ ਗਏ ਜਿਹੜੇ ਕਿ ਪੰਜਾਬ 'ਚ, ਕੁਛ ਜੰਮੂ ਕਸ਼ਮੀਰ 'ਚ। ਇਦਾਂ ਹੀ ਸਾਡੀਆਂ ਇੱਕ ਹੋਰ ਮਤਲਬ ਹੀਰਾ ਦਾਸੀਏ ਸੀ, ਗੁਲਾਬ ਦਾਸੀਏ ਸੀ, ਉਹ ਥੋੜੇ ਸਾਈਡ ਤੇ ਹੁੰਦੇ ਗਏ। ਇਦਾਂ ਕਈ ਸੰਪਰਦਾਵਾਂ ਜਿਹੜੀਆਂ ਸਾਡੀਆਂ ਸੀਗੀਆਂ ਉਹ ਸਮੇਂ ਨਾਲ ਅਲੋਪ ਹੋ ਗਈਆਂ, ਸਾਈਡ ਤੇ ਹੋ ਗਈਆਂ। ਪਰ ਸੰਪਰਦਾਵਾਂ ਦਾ ਯੋਗਦਾਨ ਕੀ ਸੀਗਾ, ਹੁਣ ਆਪਾਂ ਇਸ ਗੱਲ ਤੇ ਆਈਏ। ਸੰਪਰਦਾਵਾਂ ਦਾ ਯੋਗਦਾਨ ਇਹ ਸੀ ਵੀ ਇੱਕ ਤਾਂ ਉਹਨਾਂ 'ਚ ਪੇਡ ਬੰਦੇ ਨਹੀਂ ਸੀ ਹੁੰਦੇ, ਤਨਖਾਹ ਵਾਲੇ ਨਹੀਂ ਸੀ ਹੁੰਦੇ। ਤੁਸੀਂ ਸੰਪਰਦਾ ਸ਼ਬਦ ਦਾ, ਜਿਹੜੀ ਸੰਪਰਦਾ ਸ਼ਬਦ ਦਾ ਇਹਦਾ ਅਰਥ ਮੜਿਆ। ਹਾਂ, ਸੰਪਰਦਾਇ ਦਾ ਮਤਲਬ ਇਹ ਹੁੰਦਾ ਹੈ ਸਮਿਕ ਪ੍ਰਦਾਇ ਤੇ ਇਤੀ ਸੰਪਰਦਾਇ। ਸਮਿਕ ਮੈਨੇ ਚੰਗੀ ਤਰ੍ਹਾਂ, ਵਧੀਆ ਤਰੀਕੇ ਨਾਲ, ਪ੍ਰਦਾਇ ਮੈਨੇ ਦੇਣਾ। ਜੋ ਚੰਗੀ ਤਰ੍ਹਾਂ ਪਿਓ ਦਾਦੇ ਪੜਦਾਦੇ ਦੀ ਪ੍ਰਾਪਰਟੀ ਹੈ ਉਹ ਪੁੱਤਰ ਪੋਤਰੇ ਪੜਪੋਤਰੇ ਤੱਕ ਸਹੀ ਤਰੀਕੇ ਉੱਦਾਂ ਹੀ ਪਹੁੰਚ ਜਾਂਦੀ ਹੈ, ਉਹਨੂੰ ਕਹਿੰਦੇ ਸੰਪਰਦਾ ਹੈ। ਸਮਝ ਆ ਗਈ ਵੀ ਜੋ ਗੁਰੂ ਨਾਨਕ ਸਾਹਿਬ ਕੋਲ ਸੀਗਾ ਉਹ ਗੁਰੂ ਅੰਗਦ ਦੇਵ ਜੀ ਨੂੰ ਮਿਲਿਆ, ਉਹੀ 10ਵੇਂ ਪਾਤਸ਼ਾਹ ਤੱਕ ਆਇਆ।
10ਵੇਂ ਪਾਤਸ਼ਾਹ ਨੇ ਉਹ ਖਾਲਸੇ ਪੰਥ ਨੂੰ ਦਿੱਤਾ। ਜਿਹੜੀਆਂ ਜਿਹੜੀਆਂ ਚੀਜ਼ਾਂ, ਕਿਉਂਕਿ ਇੱਕ ਬੰਦਾ ਸਾਰੇ ਕੰਮ ਨਹੀਂ ਸੰਭਾਲ ਸਕਦਾ। ਇੱਕ ਬੰਦਾ ਜੇ ਕਵੇ ਵੀ ਮੈਂ ਸੇਵਾ ਵੀ ਕਰ ਲਵਾਂ, ਮੈਂ ਘੋੜੇ ਵੀ ਸਾਂਭ ਲਾਂ, ਮੈਂ ਕੀਰਤਨ ਵੀ ਕਰ ਲਾਂ, ਮੈਂ ਜੰਗ ਵੀ ਕਰ ਲਾਂ, ਮੈਂ ਵਿਦਿਆ ਵੀ ਕਰ ਲਾਂ, ਇੱਕ ਬੰਦਾ, ਉਹ ਜਿਹੜੇ ਜਿਹੜੇ ਲੋਕਾਂ ਨੂੰ, ਕਿਸੇ ਨੇ ਸੇਵਾ ਸਾਂਭ ਲਈ ਉਹ ਸੇਵਾਪੰਥੀ ਬਣ ਗਏ, ਕਿਸੇ ਨੇ ਵਿਦਿਆ ਸਾਂਭ ਲਈ ਉਹ ਨਿਰਮਲੇ, ਕੋਈ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੰਭਾਲ ਕੀਤੀ ਉਹ ਉਦਾਸੀ ਸੰਤ ਬਣ ਗਏ, ਜਿਹੜੇ ਜੰਗ ਯੁੱਧ ਵਾਲੀ ਸ਼ਸਤਰ ਬਸਤਰ ਸਾਂਭ ਲਏ ਉਹ ਨਿਹੰਗ ਸਿੰਘ ਬਣ ਗਏ। ਇੱਦਾਂ ਉਹ ਚੀਜ਼ਾਂ, ਪਰ ਉਸ ਇੱਕ ਖਾਲਸਾ ਧਰਮ ਸ਼ਾਸਤਰ ਗ੍ਰੰਥ ਹੈ ਉਹ 'ਚ ਲਿਖਿਆ ਵੀ ਇਹ ਸਾਰਾ ਕੁਝ ਸੱਚੀ ਸਰਕਾਰ ਦਾ ਇੱਕ ਹੈ, ਕਲਗੀਧਰ ਪਾਤਸ਼ਾਹ ਗੁਰੂ ਨਾਨਕ ਦਾ, ਇਹ ਉਹਨੂੰ ਸੱਚੇ ਪਾਤਸ਼ਾਹ ਦਾ ਰਾਜ ਹੈ, ਇਹ ਉਹਦੇ ਮਹਿਕਮੇ ਨੇ ਸਾਰੇ, ਤੇ ਸਾਨੂੰ ਇੱਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ। ਸਮਿਕ ਪ੍ਰਦਾਇ ਤੇ ਸੰਪਰਦਾਇ ਦਾ ਚੰਗੀ ਤਰ੍ਹਾਂ ਜੋ ਆਇਆ ਗੁਰੂਆਂ ਕੋਲੋਂ ਉਹਨਾਂ ਨੇ ਸਾਂਭਿਆ, ਉਹ ਅੱਗੇ 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 ਆਪਣੇ ਆਪਣੇ ਪੰਥ ਨੂੰ ਦਿੰਦੇ ਰਹੇ। ਅੱਜ ਸਾਡੇ ਕੋਲ ਬਚਿਆ ਹੋਇਆ, ਜੇ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਗੁਰੂ ਨਾਨਕ ਸਾਹਿਬ ਦਾ ਤੁਸੀਂ ਵਿਰਸਾ ਦੇਖਣਾ ਤਾਂ ਸੰਪਰਦਾਵਾਂ ਜਾ ਕੇ ਤੁਸੀਂ ਲੈ ਸਕਦੇ ਹੋ। ਜੇ ਉਹ ਸੰਪਰਦਾਵਾਂ ਖਤਮ ਹੋ ਜਾਂਦੀਆਂ ਨੇ ਫਿਰ ਸਾਡੇ ਕੋਲ ਕਮੇਟੀ ਮਾਰਕਾ ਰਹਿ ਜਾਣਾ ਸੌਦਾ, ਤਰਕ ਵਿਤਰਕ ਰਹਿ ਜਾਣੀ ਜਿਹੜੀ ਹੈ ਸਾਡੇ ਕੋਲ। ਤਾਂ ਉਹ ਚੀਜ਼ਾਂ ਜਿਹੜਾ ਉਹਨਾਂ ਸੰਪਰਦਾਵਾਂ ਵਿੱਚ ਤੇ ਕਮੇਟੀ ਸਿਸਟਮ 'ਚ ਫਰਕ ਪਿਆ ਕਿ ਕਮੇਟੀ ਸਿਸਟਮ 'ਚ ਇਹ ਸੀ ਕਿ ਮੈਂ ਮੰਨ ਲਓ ਸੇਵਾਦਾਰ ਹਾਂ, ਗ੍ਰੰਥੀ ਹਾਂ, ਮੈਨੂੰ ਆਪਣੀ ਤਨਖਾਹ ਦਾ ਫਿਕਰ ਆ ਕਿ ਜੇ ਮੈਂ ਆਪਣੇ ਸੀਨੀਅਰ ਅਫਸਰ ਦਾ ਹੁਕਮ ਮੰਨਾਂਗਾ ਤਾਂ ਮੈਨੂੰ ਟਾਈਮ ਨਾਲ ਤਨਖਾਹ ਮਿਲ ਜੇਗੀ, ਨਹੀਂ ਮੇਰੀ ਨੌਕਰੀ ਵੀ ਜਾਏਗੀ। ਉਹਨਾਂ 'ਚ ਇਹ ਨਹੀਂ ਸੀਗਾ, ਉਹਦਾ ਆਉਂਦੇ ਸੀ ਸੇਵਾ ਕਰਨ ਆਉਂਦੇ ਸੀ, ਸਿਮਰਨ ਕਰਦੇ ਸੀ, ਸੇਵਾ ਕਰਦੇ, ਨਾ ਉਹਨਾਂ ਨੂੰ ਕੋਈ ਰੋਕਣ ਵਾਲਾ, ਉਹ ਭਾਵਨਾ ਨਾਲ ਆਪਣੀ ਕਰੀ ਜਾਂਦੇ ਸੀ, ਆਜ਼ਾਦ ਸੀਗੇ ਉਹ। ਆਜ਼ਾਦ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ। ਜਦੋਂ ਕੋਈ ਬੰਦਾ ਕਿਸੇ ਪ੍ਰਬੰਧ ਥੱਲੇ ਆ ਜਾਂਦਾ ਉਹਨੂੰ ਹੁੰਦਾ ਵੀ ਮੇਰੀ ਨੌਕਰੀ ਵੀ ਹੈ, ਮੇਰੇ ਬੱਚੇ ਵੀ ਨੇ, ਮੈਂ ਕੀ ਕਰਾਂਗਾ। ਇਹ ਚੀਜ਼ ਦਾ ਪ੍ਰਭਾਵ ਜਿਹੜਾ ਸੀ ਉਹਨੇ ਸਾਡੀ ਮਰਿਆਦਾ ਬੜੀ ਚੇਂਜ ਕੀਤੀ। ਪਿਛਲੇ 50-60 ਸਾਲ 'ਚ ਜੋ ਕੁਝ ਬਦਲ ਗਿਆ ਉਹ 250-300 ਸਾਲ 'ਚ ਨਹੀਂ ਸੀ ਬਦਲਿਆ। ਉਹ ਜਿਹੜਾ 300 ਸਾਲ 250 ਸਾਲ ਸਹੀ ਚੱਲਦਾ ਆਇਆ ਉਹ ਅਸੀਂ ਦਿਨਾਂ ਦੇ ਚੇਂਜ ਕਰਤਾ, ਪ੍ਰਭਾਵ ਥੱਲੇ ਆ ਗਏ। ਸੰਪਰਦਾਵਾਂ ਦਾ ਇਹ ਹੈ। ਕਾਰ ਸੇਵਾ ਦੇ ਇੱਕ ਮਹਾਂਪੁਰਸ਼ ਹੋਏ ਨੇ ਬਾਬਾ ਬੀਰਮ ਦਾਸ ਜੀ ਬਧੋਛੀਆਂ ਵਾਲੇ, ਪਟਿਆਲੇ ਤੋਂ ਸਰਹੰਦ ਰੋਡ ਤੇ ਆਓ, ਉੱਥੇ ਉਦਾਸੀ ਸੰਤ ਹੋਏ ਨੇ, ਨੰਗੇ ਰਹਿੰਦੇ ਸੀ ਉਹ। ਉਹਨਾਂ ਦੇ ਕੋਲ ਇੱਕ ਬਾਬਾ ਗੁਰਮੁਖ ਸਿੰਘ ਜੀ, ਬਾਬਾ ਸਾਧੂ ਸਿੰਘ ਜੀ ਪਟਿਆਲੇ ਦੇ ਗੁਰਮੁਖ ਪਿਆਰੇ, ਬਹੁਤ ਕਮਾਈ ਵਾਲੇ ਸੀ। ਉਹਨਾਂ ਦੀ 12 ਸਾਲ ਉਹਨਾਂ ਦੀ ਸੇਵਾ ਉਹਨਾਂ ਨੇ ਕੀਤੀ ਮਹਾਂਪੁਰਸ਼ਾਂ ਦੀ। ਕੋਈ ਅਫਸਰ ਸੀ ਕਹਿੰਦੇ ਬਾਬਾ ਗੁਰਮੁਖ ਸਿੰਘ ਜੀ, ਬਹੁਤ ਪੜ੍ਹੇ ਲਿਖੇ ਸੀ, ਪਰ ਐਸੀ ਭਾਵਨਾ ਨਾਲ ਸੇਵਾ ਕੀਤੀ ਵੀ ਉਹਨਾਂ ਨੇ ਕੋਈ ਬੜੇ ਕਰੜੀ ਪ੍ਰੀਖਿਆ ਬਾਬਾ ਗੁਰਮੁਖ ਸਿੰਘ ਜੀ ਲਈ, ਖੂਜ ਸੁੱਟ ਦਿੱਤਾ ਉਹਨਾਂ ਨੂੰ, ਮਤਲਬ ਫਿਰ ਵੀ ਉਹਨਾਂ ਦੇ ਮਨ 'ਚ ਨਹੀਂ ਆਇਆ। ਹੋਰ ਵੀ ਕੁਝ ਗੱਲਾਂ ਹੋਈਆਂ। ਅਖੀਰ ਜਦੋਂ ਉਹਨੇ ਦੇਖਿਆ ਵੀ ਇਹ ਸਾਡਾ ਸੇਵਕ ਹਰ ਤਰ੍ਹਾਂ ਨਾਲ ਪੂਰਾ, ਤਾਂ ਬਾਬਾ ਜੀ ਨੇ ਕਹਿੰਦੇ ਕਿਸੇ ਸਿੱਖ ਨੇ ਪੰਜੀ ਪਤਾ ਨਹੀਂ ਦੱਸੀ ਮੱਥਾ ਟੇਕਿਆ, ਉਹ ਚੁੱਕ ਕੇ ਗੁਰਮੁਖ ਸਿੰਘ ਦਿੱਤੀ, ਕਹਿੰਦੇ ਆ ਲੈ ਤੇ ਗੁਰਦੁਆਰਿਆਂ ਦੀ ਸੇਵਾ ਸ਼ੁਰੂ ਕਰ ਦੇ। ਤੇ ਬਾਬਾ ਬੀਰਮ ਦਾਸ ਜੀ ਤੋਂ ਬਖਸ਼ਿਸ਼ ਲੈ ਕੇ ਸ੍ਰੀ ਅੰਮ੍ਰਿਤਸਰ ਜਾ ਕੇ ਸਰੋਵਰ ਤੇ ਬਹਿ ਕੇ ਨਾਮ ਜਪਣ ਲੱਗ ਪਏ। ਉਦੋਂ ਜਿਹੜਾ ਸੰਤੋਖਸਰ ਸਰੋਵਰ ਸੀਗਾ ਆਪਣਾ ਮਹਾਰਾਜ ਦਾ, ਗੁਰੂ ਅੰਮ੍ਰਿਤਸਰ ਸਾਹਿਬ ਦਾ, ਉਹਨੂੰ ਮਿਊਨਿਸਪਲ ਕਮੇਟੀ ਨੇ ਇਸ਼ਤਿਹਾਰ ਕੱਢ ਦਿੱਤਾ ਵੀ ਇਹ ਸਰੋਵਰ ਪੂਰ ਦਿਓ, ਵੀ ਇਹ ਸਰੋਵਰ ਜਿਹੜਾ ਇਹਦੇ ਵਿੱਚ ਇਹ ਗੰਦਗੀ ਪੈ ਰਹੀ, ਸਾਰੇ ਸ਼ਹਿਰ ਦਾ ਗੰਦਾ ਪਾਣੀ ਪੈਂਦਾ ਸੀ, ਕੀੜੇ ਪੈ ਗਏ ਸੀ, ਬਹੁਤ ਬੇਅਦਬੀ ਸੀ, ਵੀ ਇਹਨੂੰ ਬੰਦ ਕਰ ਦਿਓ। ਅੰਗਰੇਜ਼ਾਂ ਦਾ ਰਾਜ ਸੀ, ਜਿਹੜੇ ਗੁਰਸਿੱਖ ਭਾਵਨਾ ਵਾਲੇ ਸੀ ਉਹਨਾਂ ਦਾ ਮਨ ਦੁਖਿਆ। ਉਹਨਾਂ ਨੇ ਆਖਿਆ ਵੀ ਕਿਸੇ ਤਰੀਕੇ ਨਾਲ ਸਰੋਵਰ ਜਿਹੜਾ ਹੈ ਬਚਾਇਓ। ਇਸ ਝੋਰੀਕਲ ਸਰੋਵਰ ਪਹਿਲਾ ਸਰੋਵਰ ਵੀ ਉਹੀ ਹੈ, ਸੰਤੋਖਸਰ ਅੰਮ੍ਰਿਤਸਰ ਤੋਂ ਹੀ ਪਹਿਲਾਂ ਬਣਿਆ ਉਹ। ਤਾਂ ਗੁਰੂ ਸਾਹਿਬ ਜੀ ਦਾ ਸਰੋਵਰ ਹੈ ਵੀ ਇਹਨੂੰ ਬਚਾਓ। ਤਾਂ ਉਹ ਕਹਿੰਦੇ ਵੀ ਸਾਰੀ ਸੰਗਤ ਇਕੱਠੀ ਹੋ ਕੇ ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ, ਜਿਨ੍ਹਾਂ ਨੇ 75 ਸਾਲ ਹਰਿਮੰਦਰ ਸਾਹਿਬ 'ਚ ਕੀਰਤਨ ਕੀਤਾ ਤੇ 123 ਸਾਲ ਉਮਰ ਹੋਈ ਹੈ, 1923 ਵਿੱਚ ਸੱਚਖੰਡ ਗਏ ਉਹ। ਤਾਂ ਬਾਬਾ ਸ਼ਾਮ ਸਿੰਘ ਜੀ ਕੋਲ ਸਾਰੀ ਸੰਗਤ ਇਕੱਠੀ ਹੋਈ, ਇਹ ਮਹਾਂਪੁਰਸ਼ੋ ਵੀ ਸਤਿਗੁਰਾਂ ਦਾ ਸਰੋਵਰ ਹੈ ਤੇ ਇਹਨੂੰ ਕਾਇਮ ਕਰੀਏ, ਇਹਨੂੰ ਬਚਾਈਏ। ਤੇ ਬਾਬਾ ਜੀ ਕਹਿਣ ਲੱਗੇ ਵੀ ਸਰੋਵਰ ਦਰਬਾਰ ਸਾਹਿਬ ਦੇ ਨਾ ਕਿਨਾਰੇ ਤੇ 2 ਮਹਾਂਪੁਰਸ਼ ਬੈਠੇ ਆ, ਨਿਸ਼ਾਨੀ ਦੱਸਦੇ ਉਹਨਾਂ ਨੂੰ ਜਾ ਕੇ ਫੜ ਲਓ, ਉਹ ਕਰਾਉਣਗੇ, ਉਹਨਾਂ ਦਾ ਹੁਕਮ, ਉਹਨਾਂ ਨੂੰ ਹੁਕਮ ਲੱਗਾ ਹੋਇਆ ਕਹਿੰਦੇ। ਫਿਰ ਸੰਗਤ ਉਹਨਾਂ ਕੋਲ ਆਈ, ਉਹਨਾਂ ਨੇ ਪਛਾਣ ਲਿਆ ਜਾਂ ਜਿਵੇਂ ਵੀ ਹੋਇਆ, ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ। ਬਾਬਾ ਗੁਰਮੁਖ ਸਿੰਘ ਜੀ, ਬਾਬਾ ਸਾਧੂ ਸਿੰਘ ਜੀ, ਉਹ ਫਿਰ ਕਮਰ ਕਸਾ ਕਰਕੇ ਉੱਥੇ ਪਹੁੰਚ ਗਏ। ਉੱਥੇ ਪਹੁੰਚ ਗਏ ਤੇ ਫਿਰ ਉਹ ਮਹਾਰਾਜ ਕਲਾ ਬਚਨ ਦੀ ਕਲਾ ਹੁੰਦੀ ਹੈ, ਬਸ ਸੰਗਤਾਂ ਜੁੜਨ ਲੱਗ ਪਈਆਂ, ਗੱਡੇ ਆ ਗਏ, ਰੇੜੇ ਆ ਗਏ, ਪਿੰਡਾਂ 'ਚੋਂ ਕਾਰ ਕੱਢਣੀ ਸ਼ੁਰੂ ਕੀਤੀ। ਕਿਤੇ ਤੇ ਸਰਕਾਰ ਉਹਨੂੰ ਬੰਦ ਕਰਨਾ ਚਾਹੁੰਦੀ ਸੀ, ਕਿਤੇ ਖਾਲਸੇ ਨੇ ਉਹ ਸਾਰੀ ਕਾਰ ਕੱਢ ਕੇ ਸਰੋਵਰ ਦੀ ਸਫਾਈ ਕਰਤੀ। ਬਾਬਾ ਗੁਰੂ, ਉਸ ਤੋਂ ਬਾਅਦ ਫਿਰ ਬਾਬਾ ਜੀ ਸ੍ਰੀ ਨਨਕਾਣਾ ਸਾਹਿਬ ਗਏ। ਨਨਕਾਣਾ ਸਾਹਿਬ ਫਿਰ ਸਰੋਵਰ ਦੀ ਜਾਂ ਜਿਹੜੀ ਦਰਬਾਰ ਦੀ ਜਿੰਨੀ ਸੇਵਾ ਸੀ ਬਾਬਾ
ਗੁਰਮੁਖ ਸਿੰਘ ਬਾਬਾ ਸਾਧੂ ਸਿੰਘ ਨੇ ਸ਼ੁਰੂ ਕੀਤੀ। ਪਰ ਫਿਰ ਤਾਂ ਗਾਂ ਦੀ ਗਾਂ ਫਿਰ ਘਰ ਸੇਵਾ ਫੈਲਦੀ ਗਈ। ਤਰਨਤਾਰਨ ਸਾਹਿਬ ਤੇ ਹੋਰ ਸਰੋਵਰਾਂ ਦੀ ਫਿਰ ਸੇਵਾ। ਇਹ ਕੋਈ 1908 9 10 ਦੇ ਨੇੜੇ ਤੇੜੇ ਕੰਮ ਚੱਲਿਆ ਤੇ 1923 ਵਿੱਚ ਆਪਣੇ ਤਰਨਤਾਰਨ ਦੀ ਤੇ ਫਿਰ ਇਹ ਸੇਵਾ ਦਰਬਾਰ ਸਾਹਿਬ ਦੀ ਵੀ ਹੋਈ ਹੈ ਵੱਡੀ, ਹੈ ਨਾ। ਉਸ ਵੇਲੇ ਵੀ ਬਾਬਾ ਸ਼ਾਮ ਸਿੰਘ ਜੀ ਮੌਜੂਦ ਸੀਗੇ ਵੱਡੀ ਸੇਵਾ ਵੇਲੇ, ਆਟਾ ਮੰਡੀ ਵਾਲੇ। ਉਹ ਸੇਵਾ ਪੰਥੀ ਮਹਾਤਮਾ ਸੀਗੇ ਪਰ ਵਿਦਵਾਨ ਬਹੁਤ ਤਗੜੇ ਸੀ। ਉਹ ਸੇਵਾ ਪੰਥੀਆਂ ਵਿੱਚ ਇਹ ਵੀ ਸੀ ਕਿ ਸੇਵਾ ਪੰਥੀ ਸੇਵਾ ਵੀ ਕਰਦੇ ਸੀ ਤੇ ਮਲਮ ਪੱਟੀ ਤੇ ਦਵਾਈਆਂ ਬੂਟੀਆਂ ਵੀ ਕਰਦੇ ਸੀ ਤੇ ਸੇਵਾ ਪੰਥੀ ਵਿਦਵਾਨ ਵੀ ਪੈਦਾ ਕਰਦੇ ਸੀ। ਜਿਹੜੀ ਟਕਸਾਲ ਸੱਤੋ ਵਾਲੀ ਗਲੀ ਭਾਈ ਮਨੀ ਸਿੰਘ ਵਾਲੀ ਹੈ, ਇਹ ਸੇਵਾ ਪੰਥੀਆਂ ਚੋਂ ਨਿਕਲੀ ਹੈ। ਇਹ ਬਾਬਾ ਸੰਤ ਉੱਤਮ ਸਿੰਘ ਜੀ ਸ੍ਰੀਮੰਤ 130 ਸਾਲ ਉਹਨਾਂ ਦੀ ਉਮਰ ਹੋਈ ਹੈ। ਬਾਬਾ ਸੰਤ ਅਮੀਰ ਸਿੰਘ ਜੀ, ਸੰਤ ਕਿਰਪਾਲ ਸਿੰਘ ਜੀ ਤੇ ਸੰਤ ਬਾਬਾ ਸ਼ਾਮ ਸਿੰਘ ਜੀ, ਇਹ ਸਾਰੇ ਇੱਕ ਦੂਜੇ ਦੇ ਕਲੋਜ ਰਹੇ ਆ। ਹਾਂਜੀ, ਦਾਦੂ ਪੰਥੀ ਜਿਹੜਾ ਉਹ ਸੰਪਰਦਾ ਬਹੁਤ ਚੰਗੀ ਮਹਾਤਮਾ, ਪਰ ਉਹ ਆਪਾਂ ਨੂੰ ਨਾਨਕ ਪੰਥੀਆਂ 'ਚ ਨਹੀਂ ਗਿਣ ਸਕਦੇ। ਉਦਾਂ ਉਹ ਸਤਿਗੁਰੂ ਨਾਨਕ ਦੇਵ ਜੀ ਨੂੰ ਮਿਲੇ ਆ, ਪਰ ਉਹਨਾਂ ਦਾ ਉਧਰ ਨਰੈਣੇ ਰਾਜਸਥਾਨ 'ਚ ਸਥਾਨ ਹੈ ਤੇ ਸਤਿਗੁਰੂ ਜੀ ਨੂੰ ਮਿਲੇ, ਬਹੁਤ ਉਹਨਾਂ ਨੇ ਪ੍ਰੇਮ ਕੀਤਾ। ਫਿਰ ਦਸਮ ਪਾਤਸ਼ਾਹ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਗਏ ਤਾਂ ਉਹਨਾਂ ਨੇ ਬੜਾ ਜਾਤਰਾਮ ਜੀ ਨੇ ਪ੍ਰੇਮ ਸਤਿਕਾਰ ਕੀਤਾ, ਮਹਾਰਾਜ ਨੂੰ ਲੰਗਰ ਛਕਾਇਆ ਤੇ ਉੱਥੇ ਮਹਾਰਾਜ ਨੇ ਬਾਜਾਂ ਨੂੰ ਬਾਜਰਾ ਛਕਾਉਣ ਦਾ ਪ੍ਰਸੰਗ ਵੀ ਸੁਣਿਆ। ਜੋ ਕਹਿੰਦੇ ਮਹਾਰਾਜ ਕਹਿੰਦੇ ਸੰਗ ਹਮਾਰੇ ਮਾਸਾਹਾਰੀ ਰੀਤੀ ਨੂੰ ਕੀ ਪਰਪਾਰੀ। ਉਹ ਕਹਿੰਦੇ ਮਹਾਰਾਜ ਫਿਰ ਸਾਡਾ ਤੇ ਸਾਧਾਂ ਦਾ ਤੇ ਬਾਜਰਾ ਹੀ ਛਕ ਲਓ। ਮਹਾਰਾਜ ਕਹਿੰਦੇ ਅਸੀਂ ਤੇ ਛਕ ਲਾਂਗੇ, ਬਾਜ ਕੀ ਛਕਣਗੇ। ਕਹਿੰਦਾ ਜੀ ਇਹਨਾਂ ਨੂੰ ਬੇਨਤੀ ਕਰ ਦਿਓ। ਫਿਰ ਉਹ ਬਾਜਰਾ ਪਾਇਆ ਤੇ ਮਹਾਰਾਜ ਦੇ ਬਾਜਾਂ ਨੇ ਬਾਜਰਾ ਉੱਥੇ ਛਕ ਲਿਆ। ਫਿਰ ਉਹ ਜਿਹੜੇ ਦਾਦੂ ਜੀ ਦੇ ਸੰਪਰਦਾਇ 'ਚ ਪੰਡਿਤ ਨੇਚਲ ਦਾਸ ਜੀ ਹੋਏ, ਜਿਨ੍ਹਾਂ ਨੇ ਵਿਚਾਰ ਸਾਗਰ ਗ੍ਰੰਥ ਜਿਹੜਾ ਲਿਖਿਆ, ਜਿਹੜਾ ਆਪਾਂ ਟਕਸਾਲ 'ਚ ਵੀ ਪੜ੍ਹਾਉਂਦੇ ਹੀ ਆ ਸੰਪਰਦਾਇ 'ਚ, ਉਹ ਦਾਦੂ ਪੰਥੀ ਉਹ ਵੀ ਗ੍ਰੰਥ ਨੂੰ ਮੰਨਦੇ ਆ। ਜਿਹੜੇ ਦਾਦੂ ਜੀ ਦਾ ਗ੍ਰੰਥ ਹੈ ਉਹਦਾ ਪ੍ਰਕਾਸ਼ ਕਰਦੇ ਆ, ਉਹ ਉਸੇ ਗ੍ਰੰਥ ਨੂੰ ਮੱਥਾ ਟੇਕਦੇ ਆ, ਮੂਰਤੀ ਨੂੰ ਉਹ ਵੀ ਨਹੀਂ ਮੰਨਦੇ। ਹਾਂਜੀ, ਸੰਪਰਦਾਵਾਂ ਦੀ ਦੇਣ ਹੈ ਵੀ ਦੇਖੋ, ਜਿਹੜੀ ਅੱਜ ਸਾਡੇ ਅੰਦਰ ਸੇਵਾ ਦੀ ਭਾਵਨਾ ਉਹ ਸੇਵਾ ਪੰਥੀਆਂ ਨੇ ਜਿੰਦਾ ਰੱਖੀ। ਹਾਂਜੀ, ਜਿਹੜੀ ਸ਼ਸਤਰ ਵਿਦਿਆ ਦੀ ਭਾਵਨਾ ਉਹ ਨਿਹੰਗਾਂ ਸਿੰਘਾਂ ਨੇ ਜਿੰਦਾ ਰੱਖੀ। ਜਿੰਨੀਆਂ ਅੱਜ ਸੰਪਰਦਾਵਾਂ ਖੰਡੇ ਦਾ ਅੰਮ੍ਰਿਤ ਛਕਾ ਰਹੀਆਂ ਨੇ, ਮਤਲਬ ਭਾਵੇਂ ਉਹ ਦਮਦਮੀ ਟਕਸਾਲ ਹੈ, ਭਾਵੇਂ ਖੰਡ ਕੀਰਤਨੀ ਜਥਾ ਹੈ, ਭਾਵੇਂ ਮਿਸ਼ਨਰੀ ਵਾਲੇ ਨੇ ਜਾਂ ਸ਼੍ਰੋਮਣੀ ਕਮੇਟੀ ਹੈ ਜਾਂ ਹੋਰ ਸੁਸਾਇਟੀਆਂ ਨੇ, ਉਹ ਖੰਡੇ ਦਾ ਅੰਮ੍ਰਿਤ ਛਕਾਉਣ ਦਾ ਤੌਰ ਤਰੀਕਾ ਉਹ 18ਵੀਂ ਸਦੀ 'ਚ ਨਿਹੰਗਾਂ ਸਿੰਘਾਂ ਨੇ ਸਾਂਭਿਆ, ਉਹਨਾਂ ਤੋਂ ਅੱਗੇ ਆਇਆ। ਸੇਵਾ ਪੰਥੀ ਜਿਹੜੇ ਨੇ ਉਹ ਖੰਡੇ ਦਾ ਅੰਮ੍ਰਿਤ ਹੁਣ ਛਕਣ ਲੱਗੇ 100 ਸਾਲ ਤੋਂ ਪਹਿਲਾਂ। ਉਹ ਭਾਈ ਸਹਿਜ ਰਾਮ ਜੀ, ਭਾਈ ਸੇਵਾ ਰਾਮ ਜੀ, ਭਾਈ ਅੱਡਣ ਸ਼ਾਹ ਜੀ, ਉਹ ਸਹਿਜਧਾਰੀ ਦੇ ਕੇਸ ਵੀ ਰੱਖਦੇ ਸੀ ਪਰ ਅੰਮ੍ਰਿਤ ਉਹ ਨਹੀਂ ਸੀ ਛਕਦੇ। ਨਿਰਮਲੇ ਸੰਤ ਵੀ ਜਿਹੜੇ ਆ ਉਹ ਖੰਡੇ ਦਾ ਅੰਮ੍ਰਿਤ ਛਕਦੇ ਸੀ ਪਰ ਉਹ ਕਕਾਰਾਂ ਦੀ ਰਹਿਤ ਨਹੀਂ ਸੀ ਰੱਖਦੇ, ਸ਼ਸਤਰਾਂ ਦੀ ਕੇਸ ਰੱਖਦੇ ਸੀ। ਉਦਾਸੀ ਸੰਤ ਜਿਹੜੇ ਸੀ ਉਹ ਖੰਡੇ ਦਾ ਅੰਮ੍ਰਿਤ ਨਹੀਂ ਸੀ ਛਕਦੇ। ਉਹ ਅਜੇ ਤੱਕ ਵੀ ਉਹਨਾਂ ਦੀ ਮਰਿਆਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਿਸੇ ਜਿਹੜਾ ਉਹਨਾਂ ਦਾ ਗੁਰੂ ਹੁੰਦਾ, ਸਾਧੂ ਹੁੰਦਾ, ਉਹਦੇ ਕੋਲੋਂ ਅੱਖਰ ਲੈਂਦੇ ਆ। ਗੁਰੂ ਮੰਤਰ ਜਿਹੜਾ ਉਹ ਗੁਰੂ ਤੋਂ ਲੈਂਦੇ ਆ। ਔਰ ਉਦਾਸੀਆਂ ਦੀ ਖੂਬੀ ਹੈ, ਜਿਹੜਾ ਸਹੀ ਉਦਾਸੀ ਤੁਸੀਂ ਪੁੱਛੋ ਓਰੀਜਨਲ ਹੈ, ਉਹਦੀ ਨਿਸ਼ਾਨੀ ਹੈ, ਉਹ ਆਪਣੇ ਗੁਰੂ ਤੋਂ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਤੱਕ ਸਾਰੇ ਗੁਰੂਆਂ ਦਾ ਨਾਂ ਗਿਣਾਉਂਦਾ। ਮੇਰਾ ਗੁਰੂ ਫਲਾਣਾ ਸੀ, ਉਹਦਾ ਗੁਰੂ ਉਹ ਸੀ, ਉਹਦਾ ਗੁਰੂ ਉਹ ਸੀ, ਉਹਦਾ ਗੁਰੂ ਬਾਬਾ ਸ੍ਰੀ ਚੰਦ ਸੀ, ਬਾਬਾ ਸ੍ਰੀ ਚੰਦ ਦਾ ਗੁਰੂ ਨਾਨਕ ਸੀ। ਉਹ ਏਦਾਂ ਦੱਸਦੇ ਆ। ਤੇ ਜਿਹੜੇ ਨੇ ਆਪਣੇ ਇਹਨਾਂ ਦੀ ਦੇਣ ਮਤਲਬ ਕੀ ਹੈ ਕਿ ਇਹਨਾਂ ਨੇ ਸਾਨੂੰ ਉਦਾਸੀਆਂ ਨੇ ਗੁਰਦੁਆਰੇ ਸਾਂਭੇ। ਜੰਗਾਂ ਯੁੱਧਾਂ ਦੇ ਸਮੇਂ ਖਾਲਸਾ ਜੰਗਲਾਂ ਵਿੱਚ ਸੀਗਾ, ਉਦਾਸੀ ਮਿਲਵਰਤਨੀਏ ਰਹੇ। ਉਹਨਾਂ ਨੇ ਬੜੇ ਤਰੀਕੇ ਨਾਲ ਉਹ ਟਾਈਮ ਗੁਰੂ ਗ੍ਰੰਥ ਸਾਹਿਬ ਦੀ 80% ਬੀੜਾਂ ਜਿਹੜੀਆਂ ਉਹ ਉਦਾਸੀਆਂ ਨੇ ਲਿਖੀਆਂ ਜਾਂ ਨਿਰਮਲਾਂ ਨੇ ਲਿਖੀਆਂ। ਔਰ ਜਿਹੜੀ ਨਿਰਮਲ ਸੰਪਰਦਾ ਦੀ ਸੀ ਵੀ ਉਹਨਾਂ ਨੇ ਟੀਕੇ, ਉਦਾਸੀਆਂ ਨੇ ਵੀ ਬਹੁਤ ਸੋਹਣੇ ਟੀਕੇ ਲਿਖੇ। ਆਨੰਦ ਕਾਨ ਨੇ ਟੀਕਾ ਲਿਖਿਆ, ਹੋਰ ਵਿਦਵਾਨਾਂ ਨੇ ਟੀਕੇ ਲਿਖੇ, ਗੁਰਬਾਣੀ ਦੇ ਪਰਮਾਰਥ ਲਿਖੇ, ਸੇਵਾ ਵੀ ਕੀਤੀ, ਟੀਕੇ ਵੀ ਲਿਖੇ। ਤੇ ਜਿਹੜਾ ਮਤਲਬ ਸੱਤੋ ਵਾਲੀ ਗਲੀ ਹੈ, ਇਹ ਸੇਵਾ ਪੰਥੀਆਂ ਵਿੱਚੋਂ ਨਿਕਲੀ ਸੰਪਰਦਾਇ। ਤੇ ਕਿੱਡਾ ਵੱਡਾ ਇਹਨਾਂ ਨੇ ਟੀਕਾ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਟਕਸਾਲੀ ਸੰਪਰਦਾਇਕ ਟੀਕਾ ਉਹਨਾਂ ਨੇ ਲਿਖ ਦਿੱਤਾ। ਸਾਡਾ ਪਹਿਲਾਂ ਫਰੀਦਕੋਟ ਟੀਕਾ ਉਹ ਵੀ ਸੰਪਰਦਾਈਆਂ ਨੇ, ਗਿਆਨੀ ਬਦਨ ਸਿੰਘ ਜੀ, ਪੰਡਿਤ ਤਾਰਾ ਸਿੰਘ ਨਰੋਤਮ, ਗਿਆਨੀ ਬਾਬਾ ਸੁਮੇਰ ਸਿੰਘ ਜੀ, ਇਹ ਸਾਰਿਆਂ ਨੇ ਰਲ ਮਿਲ ਕੇ ਲਿਖਿਆ। ਤਾਂ ਪੰਥ ਵਿੱਚ ਜਿਹੜੀ ਇੱਕ ਮੈਂ ਇਹ ਕਹਿਣੀ ਚਾਹਾਂਗਾ ਵੀ ਜਿਹੜੇ ਸੰਪਰਦਾਈ ਨੇ, ਸਹੀ ਸੰਪਰਦਾਈ ਨੇ, ਉਹਨਾਂ 'ਚ ਆਪਸੀ ਕੋਈ ਡਿਫਰੈਂਟ ਨਹੀਂ, ਕੋਈ ਝਗੜਾ ਨਹੀਂ। ਅਜੇ ਵੀ ਪੰਜਾਬ 'ਚ
ਟਕਸਾਲ ਵਾਲੇ, ਨਿਹੰਗ ਸਿੰਘ, ਉਦਾਸੀ, ਨਿਰਮਲ ਇੱਕ ਸਟੇਜ ਤੇ ਬਹਿ ਜਾਂਦੇ ਆ। ਰਾੜੇ ਦਾ ਸਾਹਿਬ ਸੰਪਰਦਾ ਜਿਹੜੀ ਉਹਦੀ ਆਪਾਂ ਉਹ ਰਾੜਾ ਸਾਹਿਬ ਸੰਪਰਦਾ ਵੀ ਜਿਹੜੀ ਹੈ ਬਾਬਾ ਵੀਰ ਸਿੰਘ ਜੀ ਨਰੰਗਾਬਾਦੀਏ, ਜਿਹੜੇ ਸਾਹਿਬ ਬਾਬਾ ਸਾਹਿਬ ਸਿੰਘ ਜੀ ਬੇਦੀ ਸਾਹਿਬ, ਊਨਾ ਸਾਹਿਬ ਵਾਲੀ ਸੰਪਰਦਾ, ਇਹਦੇ ਵਿੱਚੋਂ ਹੋਤੀ ਮਰਦਾਨ ਸੰਪਰਦਾ ਨਿਕਲਦੀ, ਉਹਨਾਂ ਵਿੱਚੋਂ ਹਰਖੋ ਵਾਲੀਆਂ ਦੀ ਸੰਪਰਦਾ ਨਿਕਲਦੀ, ਉਹਨਾਂ ਵਿੱਚੋਂ ਹੀ ਇਹ ਆਪਣੇ ਜਿਹੜੀ ਹੈ ਰਾੜਾ ਸਾਹਿਬ ਸੰਪਰਦਾ ਨਿਕਲਦੀ। ਇਹ ਸਾਰੀਆਂ ਸੰਪਰਦਾਵਾਂ ਇੱਕ ਸਟੇਜ ਤੇ ਇਕੱਠੇ ਹੋ ਜਾਂਦੇ ਆ। ਕੋਈ ਇਹਨਾਂ ਦੇ ਵਿੱਚ ਉਸ ਵੇਲੇ ਕੋਈ ਰਹਿਤ ਦਾ ਵੀ, ਜੇ ਕਿਸੇ ਨੇ ਰਹਿ ਰਾਸ ਦੇ 2 ਸ਼ਲੋਕ ਜ਼ਿਆਦਾ ਪੜ੍ਹ ਲਏ ਤਾਂ ਪ੍ਰੋਬਲਮ ਨਹੀਂ ਹੁੰਦੀ, ਜੇ ਕੁਝ 2 ਸ਼ਲੋਕ ਘੱਟ ਪੜ੍ਹ ਲਏ ਤਾਂ ਨਹੀਂ ਹੁੰਦੀ। ਪਰ ਜੇ 1-2 ਇਹੋ ਜਿਹੀਆਂ ਸੰਪਰਦਾਵਾਂ ਨੇ ਜਿਹਨਾਂ ਦਾ ਮੈਂ ਨਾਂ ਤਾਂ ਨਹੀਂ ਲੈਂਦਾ, ਉਹ ਥੋੜਾ ਜਿਹਾ ਆਪਣਾ ਵੱਖਰਾ ਰਾਗ ਅਲਾਪ ਦਿੰਦੇ ਆ, ਬਾਕੀ ਸਾਰਾ ਪੰਥ ਇਕੱਠਾ ਹੀ ਹੈ। ਸੰਪਰਦਾਵਾਂ 'ਚ ਇਹ ਆ ਵੀ ਉਹਨਾਂ 'ਚ ਇੱਕ ਭਰਾਤਰੀ ਭਾਵ ਹੈ, ਇੱਕ ਉਹਨਾਂ 'ਚ ਆਪਣੀ ਆਪਣਤ ਹੈ ਜਿਹੜੀ ਆਪਾਂ ਸਾਰੀਆਂ ਇਕੱਠੀਆਂ ਹੈਗੀਆਂ, ਤੇ ਉਹ ਜਿਹੜੇ 2 ਨੇ ਉਹ ਰਲਦੇ ਹੀ ਨਹੀਂ ਸਾਡੇ ਨਾਲ। ਹਾਂਜੀ, ਇੱਕ ਤੁਸੀਂ ਜ਼ਿਕਰ ਕੀਤਾ ਸੀ ਪਿਛਲੇ ਲੈਕਚਰ ਦੇ ਵਿੱਚ ਵੀ ਜਿਹੜੀ ਸੰਪਰਦਾਇ ਸੋਚ ਤੇ ਪੱਛਮੀ ਸੋਚ ਦੇ ਵਿੱਚ ਜਿਹੜਾ ਅੰਤਰ ਹੈ, ਉਹਦੇ ਬਾਰੇ ਥੋੜਾ ਤੁਸੀਂ ਦੱਸ ਸਕਦੇ ਹੋ ਵੀ ਸਿੱਖ ਪੰਥ ਦੇ ਵਿੱਚ ਆਪਣੀ ਸੋਚ ਕਿਵੇਂ ਰੱਖਣੀ ਚਾਹੀਦੀ ਹੈ? ਦੇਖੋ, ਗੁਰੂ ਗ੍ਰੰਥ ਸਾਹਿਬ ਜਿਹੜੇ ਮਾਹੌਲ 'ਚ ਲਿਖਿਆ ਗਿਆ, ਸਾਡਾ ਮਤਲਬ ਤਾਂ ਉੱਥੇ ਪਹੁੰਚਣਾ ਨਾ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸੋਚ ਤੱਕ ਪੜ੍ਹਨਾ ਤਾਂ ਉਸ ਮਾਹੌਲ ਦੇ ਹਿਸਾਬ ਨਾਲ ਹੀ ਪੜ੍ਹ ਸਕਦੇ ਹਾਂ। Are you guys understanding the question that I just asked? No. Okay, so the question I asked is, do you guys understand the concept of sampada? So there's a difference in thought. There was a time in our history where the region of Punjab where Sikhi is now was controlled by nobody. Sikh utte raj karde sige. Udo baad the British came, right? And there's a difference between Eastern thought, that's, you know, the Indian subcontinent, China, Japan, those countries, and then Western thought, Pachimi Soch, right? And so when the British came, the thought process changed. I don't know if you guys understand that, but that happens, right? You go into a new class, you guys look like you guys are all in high school, right? You take a geometry class, they teach you certain things. You go into an advanced trig class, calculus, you learn the basics, and then you think a certain way, right? So our thought process changes when we get exposed to different catalysts. So, when the British came, the English were ruling at the time. So the Sikhs that were living in that region were now being influenced by this Western way of thinking, right? One example is we have, in our Punjabi culture, we have names for each relationship, right? You have a Pua, you have a Masi, you have a Mami. With a Western, culture, they all have aunts, right? So there's a difference there, right? You are separated from the closeness and the detail, right? So anyway, there's a difference in thought. So the question I asked Gyani ji is, ਜਿਹੜਾ ਆਪਣੀ ਸਿੱਖ ਧਰਮ ਦੇ ਵਿੱਚ ਜਿਹੜੀ ਆਪਣੀ ਸੋਚ ਸੀਗੀ, ਰਾਈਟ, ਇਹ ਇਹਨਾਂ ਨੇ ਗੱਲ ਵੈਰੀ ਬਰੀਫਲੀ ਕੀਤੀ ਸੀ, ਤੁਸੀਂ ਸ਼ਾਇਦ ਸੁਣੀ ਆ, ਕਹਿੰਦੇ ਆਪਣੀ ਆਜ਼ਾਦ ਸੋਚ ਸੀ, ਵੀ ਆਰ ਫ੍ਰੀ ਇਨ ਆਰ ਥਿੰਕਿੰਗ, ਰਾਈਟ? ਉਹ ਗਿਆਨੀ ਤੁਸੀਂ ਉਹਦੇ ਵਿੱਚ ਥੋੜਾ ਮਤਲਬ ਜ਼ਿਆਦਾ ਐਕਸਪਲੇਨ ਕਰ ਦਿਓ। ਮੈਂ ਅਭੀ ਜਿਹੜੀ ਉਹ ਸੋਚ ਸੀਗੀ ਉਸੇ ਮਾਹੌਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਰਚੇ ਗਏ। ਆਪਾਂ ਦੇਖੋ ਕਿਸੇ ਦੀ ਮਰਜ਼ੀ ਹੈ, ਕੋਈ ਮੰਨੇ ਨਾ ਮੰਨੇ ਨਾ, ਜੇ ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਮੰਨਣਾ ਤਾਂ ਫਿਰ ਤਾਂ ਸਾਨੂੰ ਉਹ ਸੋਚ ਜਾਣਾ ਪਏਗਾ, ਤੇ ਜੇ ਅਸੀਂ ਪੱਛਮੀ ਸੋਚ ਜਾਣਾ ਉੱਧਰ ਜਾਣਾ ਤਾਂ ਉਹ ਫਿਰ ਉਹਦੀ ਉਮੀਦ ਨਾ ਰੱਖੋਗੇ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਸਮਝ ਆਏਗਾ, ਕਿਉਂਕਿ ਫਿਰ ਤੁਹਾਨੂੰ ਇੱਦਾਂ ਲੱਗੇਗਾ ਵੀ ਇਹ ਗੱਲ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖੀ ਹੈ, ਇਹ ਗੱਲ ਕਿੱਦਾਂ ਆਵਾਗਾਉਣ ਦਾ ਜਨਮ ਮਰਨ ਕਿੱਦਾਂ ਹੋ ਸਕਦਾ ਹੈ। ਹਾਂਜੀ, ਹੁਣ ਮੁਸਲਮਾਨ ਨੂੰ ਜਾਂ ਈਸਾਈ ਨੂੰ ਕਹੋ, ਉਹ ਤਰਕ ਦਿੰਦਾ ਵੀ ਆਦਮੀ ਦੀ ਕੁੱਤੇ 'ਚ ਕਿੱਦਾਂ ਆ ਸਕਦੀ ਹੈ, ਅਸੀਂ ਕਹਾਂਗੇ ਵਾਕਈ ਇਹਦੀ ਗੱਲ ਠੀਕ ਹੈ ਨਾ। ਪਰ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਨਿਸ਼ਚਾ ਸਾਡੇ ਅੰਦਰ ਬੱਝਾ ਹੋਏਗਾ, ਫਿਰ ਸਾਨੂੰ ਉਸ ਰੂਹ ਦਾ ਗਿਆਨ ਹੋਏਗਾ, ਉਸ ਥਿਊਰੀ ਨੂੰ ਸਮਝੇ ਹੋਵਾਂਗੇ, ਫਿਰ ਸਾਨੂੰ ਉਹ ਭਰਮਾ ਨਹੀਂ ਸਕਦਾ। ਠੀਕ ਹੈ ਨਾ। ਇਸ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਨੇ, ਜਿਹੜਾ ਵੈਸਟ ਦਾ ਤੇ ਈਸਟ ਦਾ ਫਰਕ ਸੀਗਾ ਉਹ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਪਿਆ। ਅੰਗਰੇਜ਼ਾਂ ਨੇ ਸੰਪਰਦਾਵਾਂ ਨੂੰ ਖਤਮ ਕਰਨ ਲਈ ਜ਼ੋਰ ਲਾ ਲਿਆ। 1846 ਵਿੱਚ ਅੰਗਰੇਜ਼ ਨੇ ਲਿਖਿਆ ਵੀ ਜਿਹੜੇ ਨਿਹੰਗ ਸਿੰਘ ਨੇ ਰਾਖਸ਼ ਨੇ ਔਰ ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਦੁਨੀਆ ਤੋਂ। ਹਾਂ, ਉਹਨੇ ਲਿਖਿਆ, ਲੰਡਨ 'ਚ ਮਿਲੀ ਆ ਚੀਜ਼, ਉਹਨੇ ਨਿਹੰਗ ਸਿੰਘ ਨੇ ਰਾਖਸ਼ ਨੇ, ਉਹਨੂੰ ਖਤਮ ਕਰ ਦਿਓ, ਕਿਉਂਕਿ ਕਾਲੀ ਫੂਲਾ ਸਿੰਘ ਉਸ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਆਉਣ ਦੇ ਟਾਈਮ ਤੇ ਹੀ ਕਹਿੰਦਾ ਸੀ ਵੀ ਇਹ ਬਿੱਲਿਆਂ ਨੂੰ ਇੱਥੇ ਨਹੀਂ ਵੜਨ ਦੇਣਾ। ਹਾਂ, ਉਹਨੇ ਕਬਰ ਨੇ ਲਿਖਿਆ, ਉਹ ਕਹਿੰਦਾ ਵੀ ਜਾਰਜ ਕਿਹੜਾ ਆਇਆ, ਮਹਾਰਾਜਾ ਰਣਜੀਤ ਸਿੰਘ ਉਹਦੇ ਹੱਥ ਬਾਂਹ ਫੜੀ, ਕਿਲੇ 'ਚ ਵੜਨ ਲੱਗਾ, ਮਹਾਰਾਜ ਕਾਲੀ ਫੂਲਾ ਤਲਵਾਰ ਕੱਢ ਕੇ ਖੜਾ ਹੋਇਆ, ਕਹਿੰਦਾ
ਕਹਿੰਦਾ ਕਾਣਿਆ ਤੂੰ ਅੰਦਰ ਚਲਾ ਜਾ, ਬਿੱਲੇ ਨੂੰ ਬਾਹਰ ਭੇਜ ਦੇ। ਉਹ ਕਹਿੰਦਾ ਬਾਬਾ ਜੀ ਮੇਰਾ ਪ੍ਰਾਹੁਣਾ, ਕਹਿੰਦਾ ਨਹੀਂ ਬਿੱਲੇ ਨੂੰ ਅੰਦਰ ਨਹੀਂ ਜਾਣ ਦੇਣਾ। ਉਹ ਕਹਿੰਦਾ ਯਾਰ ਬਾਹਰ ਤੰਬੂ ਲਾ ਕੇ ਸਵਾ ਇਹਨੂੰ। ਕਹਿੰਦਾ ਬਾਬਾ ਜੀ ਕੀ ਕਰਦੇ ਹੋ? ਕਹਿੰਦਾ ਕਰਦੇ ਨਹੀਂ, ਇਹ ਆਪਣਾ ਭੇਤ ਪਾ ਕੇ ਜਾਏਗਾ, ਕੱਲ ਨੂੰ ਆਪਣੇ ਕੋਲ ਰਾਜ ਖੋਏਗਾ। ਹਾਂਜੀ, ਉਹ ਇੰਨੇ ਸੁਚੇਤ ਸੀਗੇ ਬਾਬਾ ਫੂਲਾ ਸਿੰਘ ਜੀ, ਜਾਂ ਉਹਨਾਂ ਦੇ ਸੋਚ ਸੀਗੀ ਵੀ ਜਿਹਨੂੰ ਮਤਲਬ ਅੱਜ ਅੰਗਰੇਜ਼ ਦੇ ਆਉਣ ਤੋਂ ਬਾਅਦ ਅਸੀਂ 100 ਸਾਲ 200 ਸਾਲ ਬਾਅਦ ਹੁਣ ਸਮਝ ਰਹੇ ਹਾਂ ਵੀ ਉਹ ਕੀ ਸੋਚਦੇ ਸੀਗੇ ਤੇ ਕੀ ਸਾਡੇ ਨਾਲ ਹੋਇਆ। ਤੇ ਉਹੀ ਗੱਲ ਦੂਜੀ ਸੰਪਰਦਾਵਾਂ ਵਾਸਤੇ ਵੀ ਉਹਨਾਂ ਨੇ ਪ੍ਰੋਬਲਮ ਖੜੀ ਕੀਤੀ, ਉਦਾਸੀਆਂ ਬਾਰੇ ਵੀ ਖੜੀ ਕੀਤੀ। ਉਦਾਸੀਆਂ ਵਿੱਚ ਵੀ ਕੋਈ ਬੰਦੇ ਇਦਾਂ ਦੇ ਬਾੜੇ ਵੀ ਉਹ ਬਦਨਾਮ ਹੋ ਜਾਣ, ਨਿਹੰਗ ਸਿੰਘਾਂ ਦੇ ਬਾੜੇ ਵੀ ਨਿਹੰਗ ਸਿੰਘ ਬਦਨਾਮ ਹੋ ਜਾਣ, ਟਕਸਾਲੀਆਂ ਚ ਬਾੜੇ ਵੀ ਟਕਸਾਲੀ ਬਦਨਾਮ ਹੋ ਜਾਣ, ਤਾਂ ਕਿ ਉਹ ਅੰਗਰੇਜ਼ ਆਪਣੀ ਸੋਚ ਦੇ ਬੰਦਿਆਂ ਨੂੰ ਗੁਰਦੁਆਰਿਆਂ ਤੇ ਲਾ ਸਕਣ। ਤੇ ਫਿਰ ਆ ਜਿਹੜਾ ਮਾਡਰਨ ਸਮਾਜ ਪੈਦਾ ਹੋਇਆ ਜਿਹਦੇ ਚ ਮਤਲਬ ਅਤਰਕ ਬਿਤਰਕ ਚੱਲੀ, ਗੁਰਬਾਣੀ ਤੇ ਕਿੰਤੂ ਪਰੰਤੂ ਚੱਲੇ, ਇਹ ਫਿਰ ਉੱਥੋਂ ਇਹ ਪੈਦਾ ਹੋਇਆ ਸਾਰਾ ਕੁਝ। ਤੇ ਹੁਣ ਅਸੀਂ ਮਤਲਬ ਉਸ ਚੀਜ਼ ਨੂੰ ਅੰਡਰਸਟੈਂਡ ਨਹੀਂ ਕਰ ਪਾ ਰਹੇ ਵੀ ਉਹ ਕੀ ਸੀਗਾ। ਉਹ ਸਾਡਾ ਪਿਛਲਾ ਅਸੀਂ ਕਹਿੰਦੇ ਇਹ ਗਲਤ ਲਿਖਿਆ, ਇਹ ਗਲਤ ਲਿਖਿਆ, ਕਿਉਂਕਿ ਅਸੀਂ ਅੱਜ ਦੀ ਸੋਚ ਨਾਲ ਸੋਚ ਰਹੇ ਹਾਂ ਨਾ। ਅੱਜ ਦੀ ਥਿੰਕਿੰਗ ਨਾਲ ਜਦੋਂ ਸੋਚਾਂਗੇ ਸਾਨੂੰ ਹਰ ਚੀਜ਼ ਗਲਤ। ਅੱਜ ਹੁਣ ਇਹ ਵੀ ਕਹਿੰਦੇ ਆ ਵੀ ਘੋੜੇ ਤੇ ਚੜ੍ਹਨਾ ਵੀ ਜਿਹੜਾ ਘੋੜੇ ਤੇ ਜ਼ੁਲਮ ਕਰਨਾ। ਹਾਂਜੀ, ਤੇ ਉਹ ਫਿਰ ਗੁਰੂ ਸਾਹਿਬ ਚੜ੍ਹਦੇ ਸੀ ਜੀ, ਉਹ ਕਿਉਂ ਚੜ੍ਹਦੇ? ਫਿਰ ਇਦਾਂ ਦੀਆਂ ਤਰਕਾਂ ਆਉਣਗੀਆਂ, ਆ ਵੀ ਰਹੀਆਂ ਨੇ, ਕਿਉਂਕਿ ਸਾਡੀ ਥਿੰਕਿੰਗ ਪਹਿਲਾਂ ਸਕੂਲਾਂ ਕਾਲਜਾਂ 'ਚ ਇਦਾਂ ਦੀ ਬਣ ਜਾਂਦੀ ਹੈ। ਫਿਰ ਅਸੀਂ ਗੁਰਬਾਣੀ ਨੂੰ ਸਾਡੇ ਰਹਿਤਨਾਮੇ 'ਚ ਗੱਲ ਲਿਖੀ ਹੋਈ ਹੈ, ਕਹਿੰਦੇ ਪਹਿਲਾਂ ਗੁਰਬਾਣੀ ਪੜ੍ਹੋ, ਬਾਅਦ 'ਚ ਤੁਸੀਂ ਜੋ ਮਰਜ਼ੀ ਪੜ੍ਹੋ। ਕਾਲੀ ਫੂਲ ਨਲੂਏ ਤੱਕ ਜ਼ਿਕਰ ਆਉਂਦਾ, ਮੈਂ ਪੜ੍ਹਿਆ ਸੀ ਕਿਤੇ। ਉਸ ਟਾਈਮ 'ਤੇ ਉਹ ਜਿੰਨੇ ਸਰਦਾਰ ਸੀ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਸੀ, ਫਾਰਸੀ ਵੀ ਅੰਗਰੇਜ਼ੀ ਵੀ, ਪਰ ਉਹ ਕਹਿੰਦੇ ਸੀ 10-12 ਸਾਲ ਤੱਕ ਨਹੀਂ ਕੋਈ ਅੰਗਰੇਜ਼ੀ ਪੰਜਾਬੀ ਫਾਰਸੀ ਪੜ੍ਹਾਉਣੀ। ਪਹਿਲਾਂ ਗੁਰੂ ਗ੍ਰੰਥ ਸਾਹਿਬ ਦਸਮ ਗ੍ਰੰਥ ਪੜ੍ਹਾ ਲੈਂਦੇ ਸੀਗੇ। ਜਦੋਂ ਉਹ ਪੂਰੀ ਤਰ੍ਹਾਂ ਪੱਕੇ ਹੋ ਜਾਂਦੇ ਫਿਰ ਕਹਿੰਦੇ ਹੁਣ ਜੋ ਮਰਜ਼ੀ ਪੜ੍ਹੀ ਜਾਓ, ਹੁਣ ਤੁਸੀਂ ਡੋਲਣ ਨਹੀਂ ਲੱਗੇ। ਹੁਣ ਜਦੋਂ ਦਿਮਾਗ 'ਚ ਸਾਡੇ ABC ਪੜ ਜਾਂਦੀ ਹੈ, ਬਾਅਦ 'ਚ ਕਿਤੇ 20-25 ਸਾਲ ਦੀ ਜਪਜੀ ਸਾਹਿਬ ਦਾ ਗੁਟਕਾ ਹੱਥ ਲਾਣਾ, ਉਹ ਕੀ ਸਮਝ ਆਉਣਾ? ਉਹ ਚੀਜ਼ ਪਹਿਲਾਂ ਘਰ ਹੋਰ ਹੋ ਚੁੱਕਾ ਹੁੰਦਾ। ਇਹ ਚੀਜ਼ ਦਾ ਸੀਗਾ ਜਿਹੜਾ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਸੰਪਰਦਾਵਾਂ ਕਰਦੀਆਂ ਸੀ, ਬਲਕਿ ਮੈਂ ਵੀ ਸੰਪਰਦਾਵਾਂ ਨੇ ਉਸ ਤੋਂ ਬਾਅਦ ਵੀ ਸਾਂਭਿਆ। ਅਜੇ ਵੀ ਸਾਡਾ ਸਿੱਖ ਕਲਚਰ ਹੈ ਨਾ, ਤਾਂ ਉਹ ਸੰਪਰਦਾਵਾਂ ਦੇ ਕਰਕੇ ਬਚਿਆ ਆ। ਪਿੰਦਰਪਾਲ ਸਿੰਘ ਹੋਰਾਂ ਨੇ ਪਿਛਲੇ ਸਾਲ ਗੱਲ ਕੀਤੀ ਉੱਥੇ, ਉਹ ਕਹਿੰਦੇ ਵੀ ਜਿਵੇਂ ਗੰਨੇ ਦੇ ਰਸ ਨੂੰ ਸਾਂਭਣਾ ਹੋਵੇ ਨਾ, ਤੇ ਉਹਦੇ ਵਿੱਚ ਉਹ ਗੰਨੇ ਦਾ ਟੁਕੜਾ ਪਾ ਦਿੰਦੇ ਆ ਵੀ ਗੰਨੇ ਦਾ ਟੁਕੜਾ ਉਹਦਾ ਮੂਲ ਹੈ ਨਾ, ਉੱਥੋਂ ਆਇਆ ਉਹ, ਤੇ ਉਹ ਬਚਿਆ ਰਹੇਗਾ। ਤੇ ਜੇ ਉਹਨੂੰ ਉਹ ਉੱਦਾਂ ਰੱਖੋਗੇ ਤੇ ਗੰਨੇ ਦਾ ਰਸ ਖਰਾਬ ਹੋ ਜਾਏਗਾ। ਕਣਕ ਸਾਂਭਣੀ ਹੋਵੇ ਤੇ ਤੂੜੀ 'ਚ ਰੱਖ ਦਿਓ ਤੇ ਉਹ ਬਚੀ ਰਹਿੰਦੀ ਹੈ। ਭਾਈ ਗੁਰਦਾਸ ਜੀ ਨੇ ਵੀ ਇੱਦਾਂ ਦੀਆਂ ਗੱਲਾਂ ਲਿਖੀਆਂ। ਕਹਿੰਦੇ ਜਿਹੜੀ ਸਾਡੀ ਸੰਪਰਦਾਵਾਂ ਨੇ, ਜਦੋਂ ਅਸੀਂ ਉਹਨਾਂ ਦੇ ਕਲਚਰ ਜਾਣਦੇ ਹਾਂ, ਦੇਖਦੇ ਹਾਂ, ਉਹਨਾਂ ਦਾ ਰਹਿਣ ਸਹਿਣ ਦੇਖਦੇ ਹਾਂ, ਫਿਰ ਸਾਡੀ ਸੋਚ ਵਿੱਚ ਉਹ ਪੁਰਾਤਨਤਾ ਦੀ ਝਲਕ ਪੈਂਦੀ, ਸਾਡੇ ਅੰਦਰ ਜਜ਼ਬਾ ਬਚਿਆ ਰਹਿੰਦਾ। ਹੁਣ ਹੋਲੇ ਮਹੱਲੇ ਤੇ ਜਾ ਕੇ ਬਿਨਾਂ ਪ੍ਰਚਾਰ ਦੇ ਹਰ ਸਾਲ 1.5 ਲੱਖ ਨਿਹੰਗ ਸਿੰਘ ਨਵਾਂ ਹੀ ਬਣ ਜਾਂਦਾ। ਉਹ ਵੇਖਦਾ ਯਾਰ ਆਪਾਂ ਵੀ ਬਣ ਜਾਈਏ, ਆਪਾਂ ਵੀ ਬਣ ਜਾਈਏ, ਆਪਾਂ ਵੀ ਬਣ ਜਾਈਏ ਨਾ, ਬਿਨਾਂ ਪ੍ਰਚਾਰ ਦੇ। ਤੇ ਜੇ ਆਪਾਂ ਕਹੀਏ ਵੀ ਇੱਦਾਂ ਪ੍ਰਚਾਰ ਕਰਕੇ ਆਪਾਂ ਕਿਸੇ ਨੂੰ ਬਾਣਾ ਪਾਵਾਂਗੇ ਜਾਂ ਆਪਾਂ ਲੈਕਚਰ ਦੇ, ਉਹ ਕੋਈ ਨਹੀਂ ਇੰਨੀ ਗੱਲ ਹੁੰਦੀ। ਤਾਂ ਇਹ ਚੀਜ਼ਾਂ ਜਿਹੜੀਆਂ ਕਲਚਰ ਦੀਆਂ ਨੇ, ਸਾਡੀਆਂ ਮੇਲੇ ਨੇ, ਸਾਡੇ ਗੁਰਪੁਰਬ ਨੇ, ਸਾਡੇ ਤਖਤ ਨੇ, ਸਾਡੇ ਜੇ ਕੋਈ 10-20 ਸਿੰਘ ਇਕੱਠੇ ਬਹਿ ਕੇ ਬਾਣੀ ਪੜ੍ਹ ਰਹੇ, ਉਹਨਾਂ ਨੂੰ ਦੇਖ ਕਹਿੰਦਾ ਮੈਂ ਵੀ ਸੰਥਿਆ ਲੈ ਲਵਾਂ। ਇਹ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ। ਸੰਪਰਦਾਵਾਂ ਨੇ ਕੰਮ ਸਾਂਭ ਕੇ ਰੱਖਿਆ, ਭਾਵੇਂ ਉਹਨਾਂ ਨੂੰ ਕਿੰਨੀ ਔਖਿਆਈ ਆਈ। ਸਭ ਤੋਂ ਜ਼ਿਆਦਾ ਔਖਿਆਈ 1849 ਤੋਂ ਲੈ ਕੇ ਹੁਣ ਤੱਕ ਨਿਹੰਗਾਂ ਸਿੰਘਾਂ ਨੂੰ ਚੱਲੀ ਹੈ। ਅਜੇ ਤੱਕ ਵੀ ਸਿੱਖ ਸਮਾਜ ਹੀ ਉਹਨਾਂ ਨੂੰ ਨਿੰਦਦਾ। ਸਭ ਤੋਂ ਜ਼ਿਆਦਾ ਭੰਡੀ ਪ੍ਰਚਾਰ ਆ ਉਹ ਨਿਹੰਗਾਂ ਸਿੰਘਾਂ ਬਾਰੇ ਹੁੰਦਾ, ਉਦਾਸੀਆਂ ਬਾਰੇ ਹੁੰਦਾ। ਨਿਰਮਲਿਆਂ ਬਾਰੇ ਕਹਿਦਾ ਜਿਹਦੇ RSS ਦੇ ਬੰਦੇ, ਸਿੱਧੀ ਗੱਲ ਹੈ, ਇੱਕੋ ਗਾਲ ਬੜੀ ਵੱਡੀ ਹੈ ਵੀ RSS ਦੇ ਨੇ ਭਗਵੇਂ ਕੱਪੜੇ ਪਾਏ ਆ। ਹਾਂਜੀ, ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਸਮਾਜ 'ਚ ਵਾੜੀਆਂ ਹੋਈਆਂ ਨਾ। ਉਹ ਸਾਨੂੰ ਕਿਤਾਬਾਂ ਦਾ ਵੀ ਪਤਾ ਜਿਨ੍ਹਾਂ ਨੇ ਲਿਖੀਆਂ ਅੰਗਰੇਜ਼ਾਂ ਨੇ ਵੀ ਇਹ ਇੱਦਾਂ ਖਤਮ ਕੀਤੇ ਜਾ ਸਕਦੇ ਆ, ਇੱਦਾਂ ਹੋ ਸਕਦੇ ਆ। ਯਾਨੀ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਟੀਕੇ ਬਹੁਤ ਹੈਗੇ ਹਨ, ਤੇ ਜਿਹੜੀ ਆਪਣੀ ਨਾਰਮਲ ਸਿੰਪਲ ਜੀ ਸੰਗਤ ਹੈਗੀ, ਅਗਰ ਉਹਨਾਂ ਵਾਸਤੇ ਕੋਈ ਟੀਕਾ ਜਿਹੜਾ ਸਿੰਪਲ ਹੋਵੇ ਤੇ ਟਰਸਟਡ ਹੋਵੇ। ਦੇਖੋ, ਸਿੰਪਲ ਟੀਕਾ ਤਾਂ ਜਿਹੜਾ ਆਮ ਲੋਕਾਂ ਦੇ ਸਮਝ ਆਉਣ ਦਾ, ਉਹ ਤਾਂ ਜ਼ਿਆਦਾਤਰ ਤਾਂ ਪ੍ਰਚਲਿਤ ਪ੍ਰੋਫੈਸਰ ਸਾਹਿਬ ਸਿੰਘ ਜੀ ਵਾਲਾ ਮੰਨਦੇ ਆ। ਪਰ ਕਿਤੇ ਕਿਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਚਲੋ 80% ਠੀਕ ਮੰਨ ਲਓ, 20% ਉਹ ਵੀ ਕਿਤੇ ਨਾ ਉਹ ਥੋੜ੍ਹਾ ਜਿਹਾ ਸਾਈਡ 'ਤੇ ਹੋ ਜਾਂਦੇ ਸੰਪਰਦਾਇ ਤੋਂ।
ਤਾਂ ਇੱਕ ਟੀਕਾ ਹੋਏ ਨੇ ਗਿਆਨੀ ਹਰਬੰਸ ਸਿੰਘ ਜੀ ਨਿਰਣੇਕਾਰ, ਉਹ ਵੀ ਉਹਨਾਂ ਨੇ ਲਿਖਿਆ ਹੁਣ 13 ਜਿਲਦਾਂ 'ਚ ਸ਼ਾਇਦ, ਸੌਖਾ ਸਮਝ ਆਉਂਦਾ। ਤੇ ਹੁਣ ਕੋਸ਼ਿਸ਼ ਕਰ ਰਹੇ ਆ ਆਪਣੇ ਸੰਤ ਹਰੀ ਸਿੰਘ ਰੰਧਾਵੇ ਵਾਲੇ ਜਾਂ ਇੱਕ ਬਾਬਾ ਹਰਨਾਮ ਸਿੰਘ ਜੀ, ਜਿਹੜਾ ਸੰਤ ਗੁਰਬਚਨ ਸਿੰਘ ਜੀ ਨੇ ਕਥਾ ਕੀਤੀ ਹੈ ਵੀ ਉਹਨੂੰ ਲਿਖਿਆ ਜਾਵੇ। ਹਾਂਜੀ, ਤੇ ਦੇਖੋ ਟੀਕੇ ਦਾ ਜਿਹੜੇ ਸੰਪਰਦਾਇ ਹੀ ਵਧੀਆ ਨੇ। ਹਾਂਜੀ, ਅਮੀਰ ਭੰਡਾਰ ਹੈ ਜਾਂ ਫਰੀਦਕੋਟੀ ਹੈ, ਪਰ ਉਹ ਲੈਵਲ ਜਿਹੜਾ ਪਾਠਕ ਦਾ ਨਹੀਂ ਬਣਦਾ, ਉਸ ਥੋੜ੍ਹਾ ਜਿਹਾ ਇਸ ਕਰਕੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ। ਹਾਂਜੀ, ਦੇਖੋ ਟੀਕੇ ਨਾਲ ਮੈਂ ਕਹਿੰਦਾ ਗੁਰਬਾਣੀ ਦੀ ਸਮਝ ਘੱਟ ਹੀ ਆਉਂਦੀ ਹੁੰਦੀ ਹੈ। ਸਹੀ ਤਰੀਕਾ ਤਾਂ ਹੁੰਦਾ ਉਸਤਾਦ ਕੋਲੋਂ ਪੜ੍ਹਿਆ ਹੀ ਜਾਵੇ, ਤੇ ਉਸਤਾਦ ਹੀ ਉਹਨੂੰ ਗੁਰਬਾਣੀ ਨੂੰ ਵਧੀਆ ਤਰੀਕੇ ਨਾਲ ਪੜ੍ਹਾਵੇ ਤੇ ਫਿਰ ਚੰਗਾ। ਹਾਂਜੀ। ਚਲੋ ਬਾਏ। ਖਾਲਸਾ ਵਾਹਿਗੁਰੂ।